ਜੋ ਨਤਾ ਪ੍ਰਤੀ ਆਪ ਸੰਗਤਾਂ ਗੁਰਬਾਣੀ ਦੀਆਂ ਵਿਚਾਰਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਔਰ ਆਪਣੇ ਆਪਣੇ ਘਰਾਂ ਵਿੱਚ ਬੈਠ ਕਰਕੇ ਇਸ ਪਾਵਨ ਅਸਥਾਨ ਤੋਂ ਸਰਵਣ ਕਰਦੀਆਂ ਹੋ। ਆਓ ਗੁਰਬਾਣੀ ਦੀਆਂ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਮਾਲਕ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੀ ਪਾਵਨ ਬਾਣੀ, ਆਪਣੇ ਸ਼ਬਦ ਦੀ ਵਿਚਾਰ ਸਤਿਗੁਰੂ ਜੀ ਆਪ ਕਰਵਾ ਲੈਣ ਔਰ ਆਪ ਸਰਬਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ, ਦੋਵੇਂ ਹੱਥ ਜੋੜ ਆਪਣੀਆਂ ਮਨ ਔਰ ਬਿਰਤੀਆਂ ਇਕਾਗਰ ਕਰਦਿਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। 12 ਮਾਹਾ ਮਾਂਝ ਮਹੱਲਾ ਪੰਜਵਾ। ਘਰ ਚੌਥਾ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਹਰ ਜੇਠ ਜੁੜੰਦਾ ਲੋੜੀਐ, ਜਿਸ ਅੱਗੇ ਸਭ ਨਿਵਨ। ਹਰ ਸੱਜਣ ਦਾਵਣ ਲੱਗਿਆ, ਕਿਸੈ ਨਾ ਦੇਈ ਬਨ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਦੇ ਨਾਲ ਪਿਆਰ ਸਹਿਤ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਸਤਿਗੁਰੂ ਧੰਨ ਗੁਰੂ ਅਰਜਨ ਸਾਹਿਬ ਜੀ ਕੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਗੌੜੀ ਰਾਗ ਦੇ ਅੰਦਰ, ਖਿਮਾ ਕਰਿਓ ਮਾਝ ਰਾਗ ਦੇ ਅੰਦਰ 12 ਮਾਹ ਬਾਣੀ ਦੇ ਸਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 134 ਦੇ ਉੱਪਰ ਸੁਭਾਇਮਾਨ ਹੈ। ਅੱਜ ਦੇ ਇਹਨਾਂ ਪਾਵਨ ਸ਼ਬਦਾਂ ਦੇ ਰਾਹੀਂ, ਪਾਵਨ ਬਚਨਾਂ ਦੇ ਰਾਹੀਂ ਗੁਰੂ ਸਾਹਿਬ ਜੀ ਨੇ ਸਾਨੂੰ ਜੋ ਦੇਸੀ ਮਹੀਨੇ ਨੇ, ਉਹਨਾਂ ਦੇ ਵਿੱਚੋਂ ਤੀਸਰੇ ਮਹੀਨੇ ਨੂੰ ਲੈ ਕਰਕੇ, ਜੇਠ ਦੇ ਮਹੀਨੇ ਨੂੰ ਲੈ ਕਰਕੇ ਉਪਦੇਸ਼ ਬਖਸ਼ਿਸ਼ ਕੀਤਾ। ਜਦੋਂ ਆਪਾਂ ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ ਦੇ ਅੰਦਰ ਸਤਿਗੁਰੂ ਜੀ ਨੇ ਅੱਤ ਦੀ ਤਪਸ਼ ਔਰ ਅੱਤ ਦੀ ਸ਼ੀਤਲਤਾ ਦੀ ਬਾਤ ਕੀਤੀ, ਔਰ ਅੱਤ ਦੀ ਤਪਸ਼ ਔਰ ਸ਼ੀਤਲਤਾ ਦੀ ਬਾਤ ਕਰਦਿਆਂ ਸਤਿਗੁਰੂ ਜੀ ਨੇ ਤਪਸ਼ ਤੋਂ ਬਚਣ ਲਈ ਵੀ ਰੱਬੀ ਚਿੰਤਨ ਸਾਨੂੰ ਆਖਿਆ, ਔਰ ਅੱਤ ਦੀ ਸ਼ੀਤਲਤਾ ਆਪਣੇ ਜੀਵਨਾਂ ਅੰਦਰ
ਲੋੜਨ ਵਾਸਤੇ ਜੇ ਅਸੀਂ ਆਪਣੇ ਜੀਵਨਾਂ ਵਿੱਚ ਅਤ ਦੀ ਸ਼ੀਤਲਤਾ, ਅਤ ਦੀ ਠੰਡਕ, ਅਤ ਦਾ ਸਕੂਨ ਚਾਹੁੰਦੇ ਆ, ਫਿਰ ਵੀ ਰੱਬੀ ਨਾਮ ਦਾ ਜ਼ਿਕਰ ਸਤਿਗੁਰੂ ਕਰਦੇ ਨੇ। ਦੂਜੇ ਪਾਸੇ ਜੇ ਜ਼ਿਕਰ ਕਰੀਏ ਤੇ ਜਦੋਂ ਅਤ ਦੇ ਪਾਲੇ ਦਾ ਜ਼ਿਕਰ ਕੀਤਾ, ਉਦੋਂ ਵੀ ਸਤਿਗੁਰੂ ਕਹਿੰਦੇ ਵੀ ਜੇ ਉਹਦੇ ਤੋਂ ਬਚਣਾ ਤੇ ਉਹਦੇ ਤੋਂ ਬਚਣ ਵਾਸਤੇ ਵੀ ਪਰਮੇਸ਼ਵਰ ਦਾ ਚਿੰਤਨ ਹੈ। ਅੱਜ ਇਸੇ ਤਰ੍ਹਾਂ ਸਤਿਗੁਰੂ ਜੀ ਨੇ ਜਿਹੜਾ ਜ਼ਿਕਰ ਕੀਤਾ, ਸਭ ਤੋਂ ਪਹਿਲਾਂ ਮਾਲਕ ਜੀ ਕਹਿੰਦੇ ਹਰ ਜੇਠ ਜੁੜੰਦਾ ਲੋੜੀ ਹੈ, ਜਿਸ ਅੱਗੇ ਸਭ ਨੇ ਵੰਨ। ਹਰ ਮਤਲਬ ਹਰੀ ਪਰਮਾਤਮਾ, ਜੇਠ ਦਾ ਮਹੀਨਾ ਜੁੜੰਦਾ ਲੋੜੀ ਹੈ। ਸਾਨੂੰ ਜੁੜਨਾ ਚਾਹੀਦਾ ਹੈ ਜਾਂ ਜੁੜਨਾ ਲੋੜੀਦਾ ਹੈ। ਜਿਸ ਅੱਗੇ ਸਭ ਨੇ ਵੰਨ, ਜਿਹਦੇ ਅੱਗੇ ਸਾਰੇ ਨਿਭਦੇ ਨੇ, ਉਹਦੇ ਨਾਲ ਜੁੜਨਾ ਸਾਨੂੰ ਚਾਹੀਦਾ ਹੈ। ਜਦੋਂ ਆਪਾਂ ਜੇਠ ਦੇ ਮਹੀਨੇ ਦਾ ਜ਼ਿਕਰ ਕਰਦੇ ਹਾਂ, ਇੱਥੇ ਆਪਾਂ ਇਹ ਕਹਿ ਸਕਦੇ ਹਾਂ ਵੀ ਸਤਿਗੁਰੂ ਜੀ ਨੇ ਜੋ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਨਾ, ਲਫ਼ਜ਼ ਵੀ ਸਤਿਗੁਰੂ ਮਹੀਨੇ ਵਾਸਤੇ ਜੇਸ਼ਟ ਵਰਤ ਰਹੇ, ਜੇਠ ਵਰਤ ਰਹੇ। ਜਦੋਂ ਆਪਾਂ ਜੇਠ ਦਾ ਅਖਰੀ ਅਰਥ ਕਰਦੇ ਹਾਂ ਤੇ ਉਹਦਾ ਮਤਲਬ ਵੱਡਾ। ਇਸ ਮਹੀਨੇ ਦੇ ਅੰਦਰ ਇੱਕ ਖਿਆਲ ਰੱਖਿਓ, ਦਿਨ ਬਹੁਤ ਵੱਡੇ ਹੋ ਜਾਂਦੇ ਨੇ। ਸੂਰਜ ਦੇ ਚੜ੍ਹਨ ਵਿੱਚ ਵੀ ਬਦਲਾਵ ਆਉਂਦਾ ਹੈ ਔਰ ਸੂਰਜ ਦੇ ਛਿਪਣ ਦੇ ਸਮੇਂ ਵਿੱਚ ਵੀ ਬਦਲਾਵ ਆਉਂਦਾ। ਜਦੋਂ ਸੂਰਜ ਉਦੈ ਹੋਣ ਦੀ ਵਾਰੀ ਆਖੀਏ ਤੇ ਉਹ ਵੀ ਸਮਾਂ ਬੜੀ ਛੇਤੀ ਹੈ, ਬਹੁਤ ਜਲਦੀ ਸੂਰਜ ਚੜ੍ਹ ਆਉਂਦਾ ਹੈ। ਔਰ ਜਦੋਂ ਸੂਰਜ ਛਿਪਣ ਦੀ ਬਾਤ ਆਵੇ ਤੇ ਬਹੁਤ ਸਮਾਂ ਲੇਟ ਸੂਰਜ ਛਿਪਦਾ ਹੈ। ਦਿਨ ਬਹੁਤ ਵੱਡੇ ਨੇ। ਔਰ ਖਿਆਲ ਕਰੀਏ, ਦਿਨ ਵੱਡੇ ਹੋ ਜਾਣ ਨਾਲ ਇਨਸਾਨ ਉਤੇਜਿਤ ਬਹੁਤ ਹੋ ਜਾਂਦਾ ਹੈ ਵੀ ਮੇਰੇ ਕਾਰ ਵਿਹਾਰ ਵਿੱਚ ਹੁਣ ਵਾਧਾ ਹੋਏਗਾ, ਮੈਂ ਦੇਰ ਤੱਕ ਆਪਣੇ ਕਾਰਾਂ ਵਿਹਾਰਾਂ ਵਿੱਚ ਰੁੱਝਿਆ ਰਹਿ ਸਕਦਾ। ਇਸ ਪਾਸੇ ਨੂੰ ਤੇ ਅਸੀਂ ਬਹੁਤ ਸੋਚਿਆ ਵੀ ਦਿਨ ਵੱਡੇ ਹੋਏ, ਜਿਹੜਾ ਅਸੀਂ ਕਾਰ ਵਿਹਾਰ ਛੇਤੀ ਸੰਕੋਚ ਲੈਂਦੇ ਸਾਂ, ਹੁਣ ਅਸੀਂ ਉਹ ਕਾਰ ਵਿਹਾਰ ਬਹੁਤ ਸਮੇਂ ਤੱਕ ਕਰ ਸਕਦੇ ਹਾਂ। ਦਿਨ ਵੱਡੇ ਹੋ ਗਏ, ਜਿਹੜੇ ਕਾਰ ਵਿਹਾਰ ਨੂੰ ਸ਼ੁਰੂ ਕਰਨ ਵਾਸਤੇ ਸਾਨੂੰ ਸਮਾਂ ਲੱਗਦਾ ਸੀ, ਉਹੀ ਵਿਹਾਰ ਅਸੀਂ ਛੇਤੀ ਆਰੰਭ ਕਰ ਸਕਦੇ ਹਾਂ। ਵੇਖਦੇ ਹਾਂ ਆਪਾਂ ਹਰ ਪਾਸੇ ਸਮੇਂ ਦੀ ਤਬਦੀਲੀ ਹੋ ਜਾਂਦੀ, ਹਰ ਪਾਸੇ। ਸਕੂਲਾਂ ਕਾਲਜਾਂ ਦੇ ਸਮੇਂ ਵਿੱਚ ਵੀ ਬਦਲਾਵ ਆ ਗਿਆ। ਉਸ ਤੋਂ ਬਾਅਦ 'ਚ ਮਾਰਕੀਟ ਦੇ ਓਪਨ ਹੋਣ ਤੇ ਮਾਰਕੀਟ ਦੇ ਕਲੋਜ਼, ਦੁਕਾਨਾਂ ਖੁੱਲ੍ਹਣ ਤੇ ਦੁਕਾਨਾਂ ਦੇ ਬੰਦ ਹੋਣ ਦੇ ਸਮੇਂ ਵਿੱਚ ਵੀ ਤਬਦੀਲੀ ਆ ਜਾਂਦੀ। ਇਸ ਪਾਸੇ ਤੇ ਅਸੀਂ ਬਹੁਤ ਸੋਚਿਆ ਵੀ ਸਾਡਾ ਕਾਰ ਵਿਹਾਰ ਵਧੇਗਾ, ਤੇ ਇੱਕ ਇਹ ਵੀ ਕਹਿ ਸਕਦੇ ਹਾਂ ਵੀ ਇਸ ਸਮੇਂ, ਇਸ ਮਹੀਨੇ ਵਿੱਚ ਆ ਕੇ, ਇਸ ਮੌਸਮ ਵਿੱਚ ਆ ਕੇ ਦੁਕਾਨਦਾਰੀ, ਕਾਰ ਵਿਹਾਰ ਸਵੇਰ ਔਰ ਸ਼ਾਮ ਦਾ ਰਹਿ ਜਾਂਦਾ, ਕਿਉਂਕਿ ਦੁਪਹਿਰ ਵੇਲੇ ਘਰਾਂ ਵਿੱਚੋਂ ਕੋਈ ਬਾਹਰ ਨਹੀਂ ਨਿਕਲਦਾ। ਇਹ ਮੈਂ ਬੇਨਤੀਆਂ ਤਾਂ ਕਰ ਰਿਹਾ ਵੀ ਜੇਠ ਦੇ ਮਹੀਨੇ ਨੂੰ ਲੈ ਕੇ ਗੁਰੂ ਸਾਹਿਬ ਸਾਨੂੰ ਕੀ ਉਪਦੇਸ਼ ਦੇ ਰਹੇ। ਦਿਨ ਬਹੁਤ ਲੰਮੇਰੇ ਹੋ ਗਏ, ਵੱਡੇ ਹੋ ਗਏ। ਵੱਡੇ ਹੋਣ ਦਾ ਦਿਨਾਂ ਦੇ ਲਾਭ ਅਸੀਂ ਚੁੱਕਿਆ ਸੰਸਾਰਕ ਤੌਰ ਤੇ, ਪਰ ਕੀ ਅਸੀਂ ਅਧਿਆਤਮ ਪਾਸੇ ਕੋਈ ਲਾਭ ਚੁੱਕਿਆ ਵੀ ਦਿਨ ਵੱਡੇ ਹੋਏ ਅਸੀਂ ਇੱਧਰੋਂ ਵੀ ਕੋਈ ਲਾਭ ਚੁੱਕ ਲਈਏ? ਹੁਣ ਇਹ ਤੇ ਸਾਨੂੰ ਪਤਾ ਲੱਗ ਗਿਆ ਵੀ ਦੁਕਾਨ ਖੋਲਣ ਦਾ ਵੇਲਾ ਜਿੱਥੇ 10 ਵਜੇ ਹੀ ਅਸੀਂ 8 ਵਜੇ ਕਰਤਾ, ਜਾਂ ਦੁਕਾਨ ਬੰਦ ਕਰਨ ਦਾ ਵੇਲਾ ਜਿੱਥੇ 7 ਵਜੇ ਸੀ ਅਸੀਂ ਉਹ ਵੀ 9 ਵਜੇ 10 ਵਜੇ ਕਰ ਦਿੱਤਾ ਹੈ। ਇੰਨਾ ਕੁ ਤੇ ਸਾਨੂੰ ਸਮਝ ਲੱਗ ਗਈ ਹੈ, ਪਰ ਕੀ ਅਸੀਂ ਅਧਿਆਤਮ ਤੌਰ ਉੱਤੇ ਦਿਨ ਵੱਡੇ ਹੋਣ ਦਾ ਲਾਭ ਚੁੱਕਿਆ ਵੀ ਮੈਂ ਇਹ ਲਾਭ ਚੁੱਕਿਆ ਹੋਵੇ ਵੀ ਦਿਨ ਵੱਡਾ ਹੋ ਗਿਆ, ਹੁਣ ਮੈਂ ਰੱਬੀ ਯਾਦ ਵਿੱਚ ਥੋੜਾ ਸਮਾਂ ਵੱਧ ਬਤੀਤ ਕਰਾਂ? ਨਹੀਂ। ਬਾਪੂ ਜੀ ਨੇ ਜਿਹੜਾ ਜ਼ਿਕਰ ਕੀਤਾ, ਕਹਿੰਦੇ ਇਸ ਮਹੀਨੇ ਵਿੱਚ ਚਾਹੀਦਾ, ਲੋੜੀਦਾ ਹੈ
ਕਿ ਅਸੀਂ ਅਕਾਲ ਪੁਰਖ ਪਰਮੇਸ਼ਵਰ ਅੱਗੇ ਨਿਵੀਏ, ਉਹਦੇ ਅੱਗੇ ਆਪਣਾ ਸਿਰ ਝੁਕਾਈਏ, ਉਹਦੇ ਅੱਗੇ ਆਪਣਾ ਆਪਾ ਸਮਰਪਿਤ ਕਰੀਏ, ਜਿਹਦੇ ਅੱਗੇ ਸਾਰੇ ਨਿਭਦੇ ਨੇ, ਜਿਸ ਅੱਗੇ ਆ ਕੇ ਸਭਨਾਂ ਨੇ ਆਪਣਾ ਆਪ ਨਿਭਾਇਆ। ਹੁਣ ਇੱਕ ਨਾ ਗੁਰੂ ਕਲਗੀਧਰ ਸਾਹਿਬ ਜੀ ਦਾ ਬਚਨ ਬੜਾ ਪਿਆਰਾ, ਉਹਨਾਂ ਨੇ ਨਾ ਜਦੋਂ ਜ਼ਿਕਰ ਕੀਤਾ ਤੇ ਇਸ ਮਹੀਨੇ ਦੇ ਵਿਚਲੇ ਮੌਸਮ ਦਾ ਪ੍ਰਗਟਾਵਾ ਕੀਤਾ। ਉਹ ਕਹਿੰਦੇ ਵੀ ਅਸੀਂ ਸਾਰੇ ਜਦੋਂ ਜੇਠ ਦਾ ਮਹੀਨਾ ਆ ਜਾਣਾ ਨਾ, ਜੇਠ ਦਾ ਸਮਾਂ ਆ ਜਾਣਾ, ਤੇ ਅਸੀਂ ਸਾਰੇ ਦੋਸਤਾਂ ਮਿੱਤਰਾਂ ਨੇ ਇਕੱਠਿਆਂ ਹੋ ਜਾਣਾ। ਹੁਣ ਮੌਸਮ ਗਰਮੀ ਦਾ ਤੇ ਕਹਿੰਦੇ ਅਸੀਂ ਇਕੱਠੇ ਹੋ ਕੇ ਨਾ ਨਦੀ ਦੇ ਕਿਨਾਰੇ ਤੇ ਚਲੇ ਜਾਣਾ। ਨਦੀ ਦੇ ਕਿਨਾਰੇ ਤੇ ਜਾ ਕੇ ਤੇ ਉੱਥੇ ਅਸੀਂ ਖੇਡਣਾ, ਖੇਡ ਕਰਨੇ, ਕੌਤਕ ਕਰਨੇ, ਤੇ ਉਹਦੇ ਨਾਲ ਅਸੀਂ ਆਪਣੇ ਚਿੱਤ ਦੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਸਾਂ। ਉਹਦੇ ਨਾਲ ਅਸੀਂ ਆਪਣੀ ਚਿੱਤ ਦੀ ਖੁਸ਼ੀ ਦਾ ਪ੍ਰਗਟਾਵਾ ਕਰਨਾ। ਔਰ ਜ਼ਿਕਰ ਕਰਦੇ ਆ ਜੋ ਬਚਨ ਗੁਰੂ ਬਾਬਾ ਜੀ ਨੇ ਆਖੇ, ਕਹਿੰਦੇ ਜੇਠ ਸਮੇਂ ਸਖੀ ਤੀਰ ਨਦੀ ਹਮ ਖੇਲਤ ਚਿੱਤ ਹੁਲਾਸ ਵਡਾਈ। ਵੀ ਅਸੀਂ ਸਾਰੇ ਇਕੱਠੇ ਹੋ ਕੇ ਆਪਣੇ ਚਿੱਤ ਦਾ ਹੁਲਾਸ ਵਧਾਉਣ ਵਾਸਤੇ ਤੇ ਨਦੀ ਦੇ ਕਿਨਾਰੇ ਤੇ ਚਲੇ ਜਾਣਾ। ਫਿਰ ਉੱਥੇ ਕੀ ਕਰਨਾ? ਇੱਕ ਤੇ ਗਰਮੀ ਦਾ ਮੌਸਮ ਹੈ, ਵੈਸੇ ਹੀ ਸਰੀਰਾਂ ਦੇ ਤਪਸ਼ ਦਾ ਜਾਂ ਗਰਮੀ ਦਾ ਬਹੁਤ ਖਿਆਲ ਰੱਖਣਾ ਪੈਂਦਾ। ਫਿਰ ਕਹਿੰਦੇ ਅਸੀਂ ਜਦੋਂ ਉੱਥੇ ਜਾ ਕੇ ਖੇਡਦੇ ਆ ਨਾ, ਉੱਥੇ ਖੇਡਦਿਆਂ ਹੋਇਆਂ ਜਾਂ ਉਦੋਂ ਪਹਿਲਾਂ ਸਾਡੀਆਂ ਦੇਹਾਂ ਦੇ ਉੱਤੇ ਚੰਦਨ 100 ਤਨ ਲੀਪ ਸਭੈ, ਸਾਡੇ ਤਨਾਂ ਦੇ ਉੱਤੇ ਚੰਦਨ ਦੇ ਲੇਪ ਫੇਰੇ ਹੋਣੇ। ਚੰਦਨ ਦੇ ਲੇਪ ਫੇਰਨ ਤੋਂ ਭਾਵੀ ਚੰਦਨ ਠੰਡਾ ਹੈ, ਉਹਦਾ ਲੇਪ ਫੇਰਿਆ ਹੋਣਾ। ਚੰਦਨ 100 ਲੀਪ, ਚੰਦਨ 100 ਲੀਪ ਸਭੈ ਤਨ, ਸਾਰੇ ਦੇ ਸਾਰੇ ਤਨ ਉੱਤੇ ਚੰਦਨ 100 ਤਨ ਲੀਪ ਸਭੈ, ਸੋ ਗੁਲਾਬ ਹੈ ਧਰਨੀ ਛੜਕਾਈ। ਫਿਰ ਅਸੀਂ ਸੁਗੰਧੀ ਦੀਆਂ ਵਸਤੂਆਂ ਧਰਨੀ ਤੇ ਵੀ ਛੜਕਾ ਲੈਣੀਆਂ, ਧਰਤੀ ਤੇ ਵੀ ਛੜਕਾ ਲੈਣੀਆਂ। ਉਹ ਤੋਂ ਬਾਅਦ ਕਹਿੰਦੇ ਲਾਏ ਸੁਗੰਧੀ ਭਲੀ ਕੱਪੜਿਆਂ ਪਰ, ਫਿਰ ਅਸੀਂ ਆਪਣੇ ਕੱਪੜਿਆਂ ਤੇ ਵੀ ਸੁਗੰਧੀ ਲਾਉਣੀ। ਤਾਂ ਕਿ ਪ੍ਰਭਾ ਵਰਨੀ ਨਹੀਂ ਜਾਈ। ਹੁਣ ਉਦੋਂ ਕਹਿੰਦੇ ਜਿਹੜੀ ਪ੍ਰਭਤਾ ਉਹਦੀ ਵਡਿਆਈ ਹੈ ਉਹ ਬਿਆਨ ਨਹੀਂ ਕੀਤੀ ਜਾਂਦੀ। ਤੌਣ ਸਮੇਂ ਸੁਖਦਾਇਕ ਥੀ ਇਹ ਅਵਸਰ, ਕਹਿੰਦੇ ਉਦੋਂ ਬਹੁਤ ਵਧੀਆ ਇਹ ਅਵਸਰ ਬੜਾ ਸੁਖਦਾਇਕ ਸਮਾਂ ਸੀ। ਸਿਆਮ ਬਿਨਾ ਦੁਖਦਾਈ, ਸਿਆਮ ਕਹਿੰਦੇ ਪਰਮੇਸ਼ਵਰ ਨੂੰ, ਰੱਬ ਨੂੰ, ਅਕਾਲ ਪੁਰਖ ਨੂੰ। ਹੁਣ ਉੱਪਰ ਜਿੰਨਾ ਜ਼ਿਕਰ ਕੀਤਾ ਗੁਰੂ ਬਾਬਾ ਜੀ ਨੇ, ਅਖੀਰ ਵਿੱਚ ਆ ਕੇ ਗੁਰੂ ਕਲਗੀਧਰ ਸਾਹਿਬ ਉਹਦਾ ਨਿਚੋੜ ਕੱਢਦੇ, ਕਹਿੰਦੇ ਇਹ ਸਾਰਾ ਕੁਝ ਬਹੁਤ ਸੁੱਖਾਂ ਵਾਲਾ ਹੈ। ਸਰੀਰ ਉੱਤੇ ਠੰਡੇ ਚੰਦਨ ਦਾ ਲੇਪ ਕੀਤਾ ਹੋਣਾ, ਸਰੀਰ ਉੱਤੇ ਕੱਪੜਿਆਂ ਉੱਤੇ ਸੋਹਣੀ ਸੁਗੰਧੀ ਦਾ ਛਿੜਕਾਅ ਕੀਤਾ ਹੋਣਾ, ਨਦੀ ਦੇ ਕਿਨਾਰੇ ਉੱਤੇ ਬਹਿ ਕੇ ਜਾਂ ਨਦੀ ਦੇ ਕਿਨਾਰੇ ਉੱਤੇ ਦੋਸਤਾਂ ਮਿੱਤਰਾਂ ਨਾਲ ਜਾ ਕੇ ਖੇਡਣਾ, ਜਲ ਦੇ ਵਿੱਚ ਇਸ਼ਨਾਨ ਕਰਨਾ, ਇਹ ਬਹੁਤ ਸੁਖਦਾਈ ਹੈ ਇਸ ਤਪਸ਼ ਵਾਲੇ ਮੌਸਮ ਵਿੱਚ। ਪਰ ਉਹਨਾਂ ਚਿਰ ਜਿੰਨਾ ਚਿਰ ਸਾਨੂੰ ਸਾਡਾ ਸਿਆਮ, ਸਾਡਾ ਰੱਬ ਚੇਤੇ ਹੈ, ਤੇ ਜੇ ਰੱਬ ਚੇਤੇ ਨਹੀਂ, ਇਹ ਸਾਰਾ ਹੀ ਵੇਲਾ, ਇਹ ਸਾਰਾ ਹੀ ਸਮਾਂ, ਇਹ ਸਾਰਾ ਹੀ ਅਵਸਰ, ਇਹ ਸਾਰੇ ਕੀਤੇ ਹੋਏ ਜਿੰਨੇ ਕਰਮ ਨੇ ਦੁੱਖਾਂ ਵਿੱਚ ਤਬਦੀਲ ਹੋ ਜਾਂਦੇ। ਨਾ ਤੇ ਉਦੋਂ ਚੰਦਨ ਦੀ ਠੰਡਕ ਤਨ ਨੂੰ ਠੰਡਿਆਂ ਕਰ ਸਕਦੀ ਜੇ ਰੱਬੀ ਯਾਦ ਕੋਲੇ ਨਹੀਂ, ਤੇ ਨਾ ਹੀ ਉਦੋਂ ਬਾਹਰੀ ਤੌਰ ਉੱਤੇ ਲਾਈਆਂ ਹੋਈਆਂ ਸੁਗੰਧੀਆਂ
ਸਾਡੇ ਆਚਰਣ ਨੂੰ ਮਹਿਕਾ ਸਕਦੀਆਂ ਨੇ। ਜੇ ਸਾਡੇ ਕੋਲ ਰੱਬੀ ਚਿੰਤਨ ਨਹੀਂ ਔਰ ਖਿਆਲ ਰੱਖੀਏ, ਬਾਹਰੀ ਤੌਰ ਉੱਤੇ ਅਸੀਂ ਭਾਵੇਂ ਨਦੀਆਂ ਦੇ ਕਿਨਾਰਿਆਂ ਉੱਤੇ ਜਾ ਕੇ ਬਹਿ ਕਿਉਂ ਨਾ ਜਾਈਏ, ਨਦੀਆਂ ਦੇ ਕਿਨਾਰਿਆਂ ਉੱਤੇ ਜਾ ਕੇ ਆਪਣੇ ਘਰ ਕਿਉਂ ਨਾ ਪਾ ਲਈਏ, ਹਿਰਦਿਆਂ ਨੂੰ ਨਾ ਤੇ ਸਕੂਨ ਮਿਲਣਾ, ਨਾ ਹਿਰਦਿਆਂ ਨੂੰ ਸ਼ਾਂਤੀ ਮਿਲਣੀ, ਤੇ ਨਾ ਹੀ ਸਾਡੇ ਜੀਵਨਾਂ ਦੇ ਵਿੱਚ ਸਾਨੂੰ ਪਵਿੱਤਰਤਾ ਮਿਲਣੀ। ਜੇ ਚਾਹੀਦਾ ਹੈ ਇਹ ਸਾਰਾ ਕੁਝ, ਤੇ ਮਾਲਕ ਜੀ ਕਹਿੰਦੇ ਇਹ ਸਾਰਾ ਤੌਣ ਸਮੇਂ ਸੁਖਦਾਇਕ ਥੀ ਇਹ ਅਵਸਰ ਬੜਾ ਸੁਖ ਵਾਲਾ, ਬਹੁਤ ਪ੍ਰਸੰਨਤਾ ਵਾਲਾ ਹੈ, ਪਰ ਸਿਆਮ ਬਿਨਾ ਦੁਖਦਾਈ, ਰੱਬੀ ਚਿੰਤਨ ਤੋਂ ਬਿਨਾ ਇਹ ਅਵਸਰ ਦੁੱਖਾਂ ਨਾਲ ਭਰ ਜਾਂਦਾ ਹੈ ਜੇ ਸਾਡੇ ਕੋਲ ਰੱਬੀ ਯਾਦ ਨਹੀਂ ਹੈ। ਇਹੋ ਕਾਰਨ ਨੇ ਅੱਜ ਗੁਰੂ ਬਾਬਾ ਜੀ ਕਹਿ ਰਹੇ ਹਰ ਜੇਠ ਜੁੜਨ ਦਾ ਲੋੜੀ ਹੈ ਜਿਸ ਅੱਗੇ ਸਭ ਨਿਵਨ। ਜੇ ਸਾਨੂੰ ਪਰਮੇਸ਼ਵਰ ਅੱਗੇ ਨਿਵਣਾ ਆ ਜਾਏ, ਰੱਬ ਜੀ ਅੱਗੇ ਨਿਵਣਾ ਆ ਜਾਏ, ਜਾਂ ਪ੍ਰਭੂ ਅੱਗੇ ਅਸੀਂ ਨਿਵ ਜਾਈਏ, ਤੇ ਸਾਡੇ ਲਈ ਸਾਰੇ ਅਵਸਰ, ਸਾਡੇ ਲਈ ਸਾਰੇ ਸਮੇਂ, ਹਰ ਇੱਕ ਵੇਲਾ, ਹਰ ਇੱਕ ਪਲ ਭਲਾ ਬਣ ਜਾਂਦਾ ਹੈ। ਜੇ ਕਿਤੇ ਸਾਨੂੰ ਪਰਮੇਸ਼ਵਰ ਦੇ ਅੱਗੇ ਨਿਵਣ ਦੀ ਜਾਚ ਆ ਜਾਏ, ਰੱਬ ਅੱਗੇ ਨਿਵਣਾ ਆ ਜਾਏ। ਇੱਕ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਬਚਨ ਜਿਹੜਾ ਤੁਖਾਰੀ ਰਾਗ ਵਿੱਚ ਬਾਪੂ ਜੀ ਆਖਦੇ, ਕਹਿੰਦੇ ਮਾਹ ਜੇਠ ਭਲਾ, ਕਹਿੰਦੇ ਜੇਠ ਦਾ ਮਹੀਨਾ ਬਹੁਤ ਭਲਾ ਹੈ, ਪ੍ਰੀਤਮ ਕਿਉਂ ਵਿਸਰੇ, ਫਿਰ ਸਾਨੂੰ ਰੱਬ ਕਿਉਂ ਭੁੱਲ ਜਾਏ। ਇਹ ਵੇਲਾ, ਇਹ ਸਮਾਂ ਜਾਂ ਇਹ ਮਹੀਨਾ ਬਹੁਤ ਹੀ ਭਲਾ ਹੈ, ਕਿਉਂਕਿ ਵੱਡਾ ਹੋਣਾ ਜਿਹੜਾ ਨਾ ਇਹ ਦੁੱਖ ਦਾ ਹੀ ਨਹੀਂ, ਵੱਡਾ ਹੋਣਾ ਭਲਾਈ ਹੈ। ਵੱਡੇ ਨੇ ਕੀ ਕਰਨਾ, ਸਾਡੇ ਸਿਰ ਉੱਪਰਲੀਆਂ ਜ਼ਿੰਮੇਵਾਰੀਆਂ ਚੁੱਕਣੀਆਂ। ਵੱਡੇ ਨੇ ਕੀ ਕਰਨਾ, ਸਾਡੇ ਉੱਤੇ ਆਉਣ ਵਾਲੇ ਦੁੱਖ, ਆਉਣ ਵਾਲੇ ਤਕਲੀਫ ਦੇ ਅੱਗੇ ਖੜੋ ਜਾਣਾ। ਧੰਨ ਗੁਰੂ ਪਾਤਸ਼ਾਹ ਕੀ ਕਹਿੰਦੇ, ਇਹ ਮਾਹ ਜੇਠ ਭਲਾ ਹੈ, ਮਹੀਨਾ ਬੜਾ ਭਲਾ ਹੈ, ਫਿਰ ਪ੍ਰੀਤਮ ਕਿਉਂ ਵਿਸਰੈ। ਤੈਨੂੰ ਇਸ ਸਮੇਂ ਦੇ ਅੰਦਰ, ਇਸ ਵੇਲੇ ਵਿੱਚ, ਜਾਂ ਇਸ ਮਾਹ ਦੇ ਅੰਦਰ ਪਰਮੇਸ਼ਵਰ ਕਿਉਂ ਭੁੱਲ ਜਾਏ। ਫਿਰ ਥਲ ਤਾਪਹਿ ਸਰ ਭਾਰ, ਥਲ ਧਰਤੀ, ਤਾਪੈ ਤਪਦੀ ਹੈ, ਸਰ ਭਾਰ, ਸਾ ਧਨ ਬਿਨੋ ਕਰੈ। ਇੱਕ ਜੀਵ ਇਸਤਰੀ ਬਿਨੋ ਕਰਦੀ, ਬੇਨਤੀ ਕਰਦੀ। ਹੁਣ ਇਹਨੂੰ ਕੇਵਲ ਬਾਹਰੀ ਤੌਰ ਉੱਤੇ ਨਾ ਅਸੀਂ ਲੈ ਕੇ ਚੱਲੀਏ, ਜਦੋਂ ਅਧਿਆਤਮ ਤੌਰ ਉੱਤੇ ਥਲ ਬਾਹਰੀ ਤੌਰ ਤੇ ਸੂਰਜ ਦੀ ਤਪਸ਼ ਨਾਲ ਧਰਤੀ ਤਪਦੀ ਹੈ, ਤੇ ਤਪਦੀ ਹੋਈ ਧਰਤੀ ਠੰਡਕ ਵਾਸਤੇ ਰੱਬ ਅੱਗੇ ਪੁਕਾਰ ਕਰਦੀ, ਸਾ ਧਨ ਬਿਨੋ ਕਰੈ, ਉਹਨੇ ਰੱਬ ਅੱਗੇ ਪੁਕਾਰ ਕੀਤੀ। ਵਿਕਾਰਾਂ ਦੀ ਤਪਸ਼ ਨਾਲ ਸਾਡਾ ਅੰਦਰ ਤਪਦਾ ਹੈ, ਤੇ ਜਿਹੜੀ ਜੀਵ ਇਸਤਰੀ ਸਮਝ ਲੈਂਦੀ ਹੈ ਮੇਰਾ ਅੰਦਰ ਸੜ ਰਿਹਾ, ਉਹ ਰੱਬ ਅੱਗੇ ਫਿਰ ਬਿਨੋ ਕਰਦੀ, ਬੇਨਤੀ ਕਰਦੀ। ਥਲ ਤਾਪੈ ਸਰ ਭਾਰ, ਸਾ ਧਨ ਬਿਨੋ ਕਰੈ। ਉਸ ਇਸਤਰੀ ਨੇ, ਜੀਵ ਇਸਤਰੀ ਨੇ ਫਿਰ ਬੇਨਤੀ ਕੀਤੀ, ਧਨ ਬਿਨੋ ਕਰੇਂਦੀ, ਗੁਣ ਸਾਰੇਂਦੀ, ਗੁਣ ਸਾਰੀ ਪ੍ਰਭ ਭਾਵਾਂ। ਉਹਨੂੰ ਪਤਾ ਲੱਗ ਗਿਆ ਨਾ, ਜਿਹੜੀ ਜੀਵ ਇਸਤਰੀ ਬੇਨਤੀ ਕਰ ਰਹੀ ਹੈ, ਉਹ ਬੇਨਤੀ ਕਰਦਿਆਂ ਹੋਇਆਂ ਸਮਝ ਗਈ, ਧਨ ਬਿਨੋ ਕਰੇਂਦੀ, ਗੁਣ ਸਾਰੇਂਦੀ, ਗੁਣਾਂ ਨੂੰ ਸੰਭਾਲਣ ਲੱਗ ਗਈ, ਗੁਣਾਂ ਦੀ ਸਾਰ ਲੈਣ ਲੱਗ ਪਈ, ਔਰ ਸਮਝ ਗਈ ਗੁਣ ਸਾਰੀ ਪ੍ਰਭ ਭਾਵਾਂ। ਜੇ ਮੈਂ ਗੁਣਾਂ ਦੀ ਸੰਭਾਲ ਕਰਾਂਗੀ ਤਾਂ ਹੀ ਪਰਮੇਸ਼ਵਰ ਨੂੰ ਭਾਵਾਂਗੀ। ਵਿਕਾਰਾਂ ਦੀ ਅੱਗ ਵਿੱਚ ਸੜਦਿਆਂ ਹੋਇਆਂ ਤੇ ਤੜਫ ਰਹੀ ਆ, ਵਿਕਾਰਾਂ ਦੀ ਅੱਗ ਵਿੱਚ, ਵਿਕਾਰਾਂ ਦੀ ਤਪਸ਼ ਕਰਕੇ ਅੰਦਰ ਵੀ ਸੜ ਰਿਹਾ, ਅੰਦਰ ਵੀ ਮੱਚ ਰਿਹਾ, ਤੜਫ ਰਿਹਾ, ਤੇ ਉਹ ਇੰਨਾ ਕੁ ਮੱਚ ਰਿਹਾ ਜਿਹਨੂੰ ਬਾਪੂ ਜੀ ਬਾਣੀ 'ਚ ਆਖਦੇ ਆ, ਜ਼ਿਕਰ ਕਰਦੇ ਆ, ਕਹਿੰਦੇ ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਈ ਕਾਮ, ਸ਼ੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ।
ਉਹਨਾਂ ਚਿਰ ਅੰਦਰ ਠੰਡ ਨਹੀਂ ਉਹ ਪੈਣੀ ਸੱਜਣਾ, ਜਿੰਨਾ ਚਿਰ ਤੇਰੇ ਕੋਲ ਸ਼ੀਤਲਤਾ ਭਰਿਆ ਰੱਬੀ ਚਿੰਤਨ ਨਹੀਂ, ਰੱਬੀ ਯਾਦ ਨਹੀਂ ਹੈ, ਉਹਨਾਂ ਚਿਰ ਭਾਵੇਂ ਮੱਥੇ ਤੇ ਚੰਦਨ ਮਲਦਾ ਰਹੋ, ਉਹਨਾਂ ਚਿਰ ਭਾਵੇਂ ਪਿੰਡੇ ਤੇ ਚੰਦਨ ਮਲਦਾ ਰਹੋ, ਭਾਵੇਂ ਹਿਮਾਚਲ ਵਿੱਚ ਜਾ ਕੇ ਕਿਉਂ ਨਾ, ਹਿਮਾਚਲ ਬਰਫ਼ ਦੇ ਪਹਾੜਾਂ ਵਿੱਚ ਜਾ ਕੇ ਕਿਉਂ ਨਾ ਬਹਿ ਜਾਈਂ, ਤੇ ਖਿਆਲ ਰੱਖ ਉਹ ਸਮਾਂ ਵੀ ਤੈਨੂੰ ਸੁਖਦਾਈ, ਉਹ ਸਮਾਂ ਵੀ ਤੇਰੇ ਅੰਦਰ ਠੰਡਕ ਨਹੀਂ ਉਹ ਭਰ ਸਕਦਾ, ਉਹ ਥਾਂ ਤੈਨੂੰ ਠੰਡਿਆਂ ਨਹੀਂ ਉਹ ਕਰ ਸਕਦੀ, ਜਿੰਨਾ ਚਿਰ ਤੇਰੇ ਅੰਦਰੋਂ ਵਿਕਾਰਾਂ ਦੀ ਅੱਗ ਨਹੀਂ ਬੁੱਝ ਜਾਂਦੀ, ਜਿੰਨਾ ਚਿਰ ਅੰਦਰਲੀ ਤਪਸ਼ ਨਹੀਂ ਮੁੱਕ ਜਾਂਦੀ, ਉਹਨਾਂ ਚਿਰ ਬਾਹਰੀ ਤੌਰ ਉੱਤੇ ਬਦਲਿਆ ਮੌਸਮ ਕੀ ਕਰੇਗਾ। ਬਾਹਰੀ ਤੌਰ ਉੱਤੇ ਸਮਾਂ ਤਬਦੀਲ ਹੋ ਜਾਣਾ, ਇਉਂ ਕਹਿ ਲੋ ਮੱਚਦੀ ਹੋਈ ਅੱਗ ਦਾ ਰਾਖ ਵਿੱਚ ਤਬਦੀਲ ਹੋ ਜਾਣਾ, ਮੱਚਦੀ ਹੋਈ ਬਲਦੀ ਹੋਈ ਅੱਗ ਦਾ ਸਵਾਹ ਵਿੱਚ ਤਬਦੀਲ ਹੋ ਜਾਣਾ। ਹੁਣ ਬਾਹਰੀ ਤੌਰ ਉੱਤੇ ਤੇ ਸਵਾਹ ਲੱਗ ਰਹੀ ਹੈ, ਕਿਉਂ? ਸਮਾਂ ਤਬਦੀਲ ਹੋ ਗਿਆ ਨਾ, ਮੌਸਮ ਬਦਲ ਗਿਆ। ਫਿਰ ਉਹ ਹੁਣ ਬਣੀ ਹੋਈ ਸਵਾਹ ਕਈ ਵਾਰ ਕੋਲਾ ਰੂਪ ਧਾਰਨ ਕਰ ਜਾਂਦੀ, ਬਾਹਰੋਂ ਤੇ ਸਵਾਹ ਦਿਸਦਾ ਪਰ ਅੰਦਰੋਂ ਭਾਂਬੜ ਬਲ ਰਹੇ, ਅੰਦਰ ਅੱਗ ਉਸੇ ਤਰ੍ਹਾਂ ਹੀ ਹੈ। ਤੇ ਬਹੁਤਾਤ ਜਦੋਂ ਅਸੀਂ ਆਪਣੇ ਜੀਵਨ ਵੇਖਦੇ ਹਾਂ ਬਾਹਰੀ ਤੌਰ ਉੱਤੇ ਤੇ ਮੌਸਮਾਂ ਦੀ ਤਬਦੀਲੀ, ਜਾਂ ਅਸੀਂ ਸੁੱਖਾਂ ਸਹੂਲਤਾਂ ਦੇ ਸਦਕਾ ਬਾਹਰੀ ਟੈਂਪਰੇਚਰ ਤੇ ਅਸੀਂ ਬੜੇ ਘਟਾ ਲਏ, ਬਾਹਰੀ ਤੌਰ ਉੱਤੇ ਤੇ ਅਸੀਂ ਠੰਡਕ ਵਾਲੀਆਂ ਥਾਵਾਂ ਉੱਤੇ, ਠੰਡੀਆਂ ਥਾਵਾਂ ਉੱਤੇ ਆਪਣੇ ਆਪ ਨੂੰ ਟਿਕਾ ਲਿਆ, ਪਰ ਅੰਦਰਲੀ ਬਲਦੀ ਅੱਗ ਉਸੇ ਤਰ੍ਹਾਂ ਭਾਂਬੜਾਂ ਵਿੱਚ ਮੱਚ ਰਹੀ ਹੈ। ਬਾਹਰੀ ਤੌਰ ਤੇ ਅਸੀਂ ਬੜੇ ਠੰਡੇ ਹੋ ਕੇ ਬਹਿ ਗਏ, ਸੁੱਖ ਸਹੂਲਤਾਂ ਨੇ, ਪਾਣੀ ਦੀ ਵਰਤੋਂ ਕੀਤੀ ਉਹ ਵੀ ਠੰਡਿਆਂ ਕਰ ਲਿਆ, ਕਿਸੇ ਵਸਤੂ ਦੀ ਸੇਵਨ ਕਰਨਾ, ਪਦਾਰਥ ਦਾ ਸੇਵਨ ਕਰਨਾ ਉਹ ਵੀ ਠੰਡਿਆਂ ਕਰ ਲਿਆ। ਇੱਥੋਂ ਤੱਕ ਅਸੀਂ ਆਪ ਬੈਠਣਾ ਹੈ, ਆਪਣੇ ਬੈਠਣ ਵਾਲੇ ਅਸਥਾਨ ਨੂੰ ਵੀ ਅਸੀਂ ਠੰਡਿਆਂ, ਥਾਂ ਵੀ ਠੰਡਿਆਂ ਕਰ ਲਈ, ਵੀ ਸਾਡਾ ਤਨ ਕਿਤੇ ਤਪਸ਼ ਵਿੱਚ ਤਪੇ ਨਾ, ਗਰਮੀ ਕਰਕੇ ਦੁਖੀ ਨਾ ਹੋਵੇ। ਸੱਜਣਾ, ਬਾਹਰੀ ਤੌਰ ਉੱਤੇ ਤਨ ਨੂੰ ਦਿੱਤੇ ਸੁੱਖ ਕੀ ਕਰਨਗੇ, ਅੰਦਰ ਵਿਕਾਰਾਂ ਦੀ ਅੱਗ ਤੇ ਉਸੇ ਤਰ੍ਹਾਂ ਮੱਚੀ ਜਾਂਦੀ ਹੈ, ਵਿਕਾਰਾਂ ਦੀ ਅੱਗ ਉਸੇ ਤਰ੍ਹਾਂ ਬਲ ਰਹੀ। ਮਾਲਕ ਕਹਿੰਦੇ ਧਨ ਬਿਨੋ ਕਰੇਂਦੀ ਗੁਣ ਸਾਰੀਂਦੀ, ਗੁਣ ਸਾਰੀ ਪ੍ਰਭ ਭਾਵਾਂ। ਉਹ ਸਮਝ ਗਈ ਕਿ ਉਹਨਾਂ ਚਿਰ ਮੈਂ ਰੱਬ ਨੂੰ ਨਹੀਂ ਪਾ ਸਕਦੀ ਜਿੰਨਾ ਚਿਰ ਮੈਂ ਆਪਣੇ ਜੀਵਨ ਅੰਦਰ ਗੁਣਾਂ ਨੂੰ ਸੰਭਾਲ ਨਹੀਂ ਲੈਂਦੀ। ਫਿਰ ਸੱਚੇ ਮਹਿਲ, ਸੱਚੇ ਮਹਿਲ ਦੇ ਅੰਦਰ ਉਸ ਪਰਮੇਸ਼ਵਰ ਜੀ ਨੂੰ ਪ੍ਰਾਪਤ ਕਰਨਾ, ਰੱਬ ਜੀ ਨੂੰ ਹਾਸਲ ਕਰਨਾ, ਰੱਬ ਜੀ ਦੀ ਪ੍ਰਾਪਤੀ ਕਰਨੀ, ਔਰ ਆਪਣੇ ਜੀਵਨ ਦੇ ਅੰਦਰੋਂ ਤਿਆਗ ਦੇਣਾ, ਅੰਦਰਲੀ ਤਪਸ਼ ਨੂੰ ਛੱਡ ਦੇਣਾ, ਆਪਣੇ ਅਹੰਕਾਰ ਨੂੰ ਛੱਡ ਦੇਣਾ, ਤੇ ਆਪਣੇ ਅੰਦਰੋਂ ਤਪਸ਼ ਨੂੰ ਛੱਡ ਕੇ ਅਕਾਲ ਪੁਰਖ ਪਰਮੇਸ਼ਵਰ ਦੇ ਮਨ ਨੂੰ ਭਾ ਜਾਣਾ, ਰੱਬ ਜੀ ਨੂੰ ਭਾ ਜਾਣਾ। ਜਦੋਂ ਜੀਵ ਇਸਤਰੀ ਨੇ ਅਕਾਲ ਪੁਰਖ ਪਰਮੇਸ਼ਵਰ ਜੀ ਨੂੰ ਭਾਉਣ ਵਾਸਤੇ ਰੱਬੀ ਚਿੰਤਨ ਵਿੱਚ ਜੁੜਨਾ ਕੀਤਾ, ਗੁਣਾਂ ਦੀ ਸੰਭਾਲ ਕੀਤੀ, ਗੁਣਾਂ ਦੀ ਸਾਰ ਲਈ, ਆਪਣੇ ਜੀਵਨ ਅੰਦਰ ਗੁਣਾਂ ਨੂੰ ਧਾਰਨ ਕੀਤਾ, ਔਰ ਉਹਨਾਂ ਗੁਣਾਂ ਦੇ ਸਦਕਾ ਹੁਣ ਅਕਾਲ ਪੁਰਖ ਪਰਮੇਸ਼ਵਰ ਨੂੰ ਜਦੋਂ ਜੀਵ ਇਸਤਰੀ ਭਾ ਗਈ ਹੈ, ਉਸ ਪਰਮੇਸ਼ਵਰ ਨੇ, ਰੱਬ ਜੀ ਨੇ ਇਹਨੂੰ ਆਪਣੇ ਮਹਿਲ ਦੇ ਅੰਦਰ, ਆਪਣੇ ਘਰ ਦੇ ਵਿੱਚ ਬੁਲਾਉਣਾ ਕੀਤਾ। ਟਿਕ ਗਈ। ਹੁਣ ਟਿਕੀ ਹੋਈ ਜੀਵ ਇਸਤਰੀ ਜਿਹੜੀ ਨਾ, ਇਹ ਸਕੂਨ ਨਾਲ ਭਰ ਜਾਂਦੀ, ਸ਼ਾਂਤੀ ਨਾਲ ਭਰ ਜਾਂਦੀ। ਤੇ ਬਾਪੂ ਜੀ ਨੇ ਆਖਿਆ, ਕਹਿੰਦੇ ਇਹ ਜੀਵ ਇਸਤਰੀ ਇੱਥੋਂ ਤੱਕ ਜਾਣ ਗਈ ਹੈ, ਨਿਮਾਣੀ ਵੀ ਬਣ ਗਈ, ਨਿਤਾਣੀ ਵੀ ਬਣ ਗਈ। ਨਿਮਾਣੀ ਤੇ ਨਿਤਾਣੀ ਪ੍ਰਭੂ ਤੋਂ ਬਿਨਾ ਕਿਉਂ ਪਾਵੇ ਸੁਖ ਮਹਿਲੀ, ਰੱਬ ਜੀ ਤੋਂ ਬਣਾ ਆਪਣੇ ਘਰ ਵਿੱਚ ਟਿਕੀ ਹੋਈ ਵੀ ਸੁਖ ਕਿਵੇਂ ਹਾਸਲ ਕਰੇ। ਤੇ ਨਾਨਕ ਜੇਠ ਜਾਣੇ ਤਿਸ ਜੈਸੀ, ਇਹ ਜੇਠ ਦਾ ਮਹੀਨਾ ਜਾਣਦਾ ਹੈ, ਜਾਂ ਇਉਂ ਕਹਿ ਲੋ ਜੇਠ ਦੇ ਮਹੀਨੇ ਅੰਦਰ ਜੀਵ ਇਸਤਰੀ ਜਾਣ ਲੈਂਦੀ ਹੈ
ਕਿ ਉਦੋਂ ਹੀ ਅਕਾਲ ਪੁਰਖ ਪਰਮੇਸ਼ਵਰ ਨੂੰ ਭਾਇਆ ਜਾਂਦਾ ਹੈ ਜਦੋਂ ਇਹ ਜੀਵ ਇਸਤਰੀ ਆਪਣੇ ਜੀਵਨ ਅੰਦਰ ਗੁਣਾਂ ਦੇ ਨਾਲ ਸਾਂਝ ਪਾਉਂਦੀ ਹੈ। ਹੁਣ ਹਰ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨਿਵੰਨ। ਸਾਡਾ ਫਰਜ਼ ਬਣਦਾ ਹੈ ਕਿ ਇਹ ਮਹੀਨਾ ਜਿਹੜਾ ਆਰੰਭ ਹੋਇਆ, ਇਸ ਦੇ ਆਰੰਭਤਾ 'ਚ ਕਹਿ ਲਓ ਜਾਂ ਇਸ ਮਹੀਨੇ ਵਿਚਲੇ ਸਮੇਂ ਵਿੱਚ ਕਹਿ ਲਓ, ਸਾਨੂੰ ਲੋੜੀਂਦਾ ਹੈ, ਚਾਹੀਦਾ ਹੈ ਉਸ ਪਰਮੇਸ਼ਵਰ ਅੱਗੇ ਨਿਵਣਾ ਜਿਸ ਅੱਗੇ ਦੁਨੀਆ ਦਾ ਹਰ ਜੀਵ ਨਿਵਦਾ ਹੈ। ਰੱਬ ਜੀ ਦੀ ਬਣਾਈ ਕੁਦਰਤ ਦਾ ਹਰ ਜੀਵ ਨਿਵਦਾ, ਜਿਸ ਅੱਗੇ ਹਵਾ, ਪਾਣੀ, ਬਨਸਪਤੀ, ਪਹਾੜ, ਵੱਡੇ ਵੱਡੇ ਉਹ ਸਾਰੇ ਜਿਹਦੇ ਅੱਗੇ ਆ ਕੇ ਨਿਵਦੇ, ਪਸ਼ੂ ਪੰਛੀ ਜਾਨਵਰ ਜਿਹਦੇ ਅੱਗੇ ਆ ਕੇ ਨਿਵਦੇ। ਮਨੁੱਖਾ, ਤੂੰ ਵੀ ਆਪਣੇ ਜੀਵਨ ਦੇ ਅੰਦਰ ਉਸ ਪਰਮੇਸ਼ਵਰ ਅੱਗੇ ਨਿਵ ਜਿਸ ਅੱਗੇ ਆ ਕੇ ਹਰ ਸੰਸਾਰ ਦਾ ਜੀਵ ਇਹ ਕਹਿ ਦਿੰਦਾ ਹੈ ਕਿ ਅਕਾਲ ਪੁਰਖ ਜੀਓ, ਤੁਹਾਡੇ ਸਾਹਮਣੇ ਨਾ ਤੇ ਸਾਡੀ ਕੋਈ ਸਮਰੱਥਾ, ਨਾ ਤੁਹਾਡੇ ਸਾਹਮਣੇ ਸਾਡੀ ਕੋਈ ਪਾਇਆ ਹੈ। ਅਸੀਂ ਤੇ ਕੇਵਲ ਤੁਛ ਜਿਹੀਆਂ ਤਾਕਤਾਂ ਦੇ ਮਾਲਕ ਹਾਂ, ਉਹ ਵੀ ਤੁਹਾਡੀਆਂ ਬਖਸ਼ੀਆਂ, ਤੇ ਅਸੀਂ ਆਪ ਜੀ ਅੱਗੇ ਸਿਰ ਨਵਾਉਂਦੇ ਹਾਂ, ਆਪ ਜੀ ਅੱਗੇ ਝੁਕਦੇ ਹਾਂ। ਫਿਰ ਮਾਲਕ ਕਹਿੰਦੇ ਜਿੱਦਣ ਇਸ ਤਰੀਕੇ ਦਾ ਭਾਵਨਾ ਜਾਂ ਇਸ ਤਰੀਕੇ ਦਾ ਸਮਾਂ ਬਣ ਗਿਆ ਵੀ ਤੂੰ ਰੱਬ ਅੱਗੇ ਨਿਵ ਗਿਆ, ਅਕਾਲ ਪੁਰਖ ਪਰਮੇਸ਼ਵਰ ਜੀ ਕਾ ਜੇ ਪੱਲਾ ਫੜ ਲਿਆ, ਫਿਰ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ। ਜਦੋਂ ਕਿਤੇ ਅਸੀਂ ਰੱਬ ਜੀ ਦੇ ਦਾਮਨ ਨਾਲ ਲੱਗ ਜਾਂਦੇ ਆ, ਸੱਜਣ ਦਾ ਪੱਲਾ ਫੜ ਲੈਨੇ ਆ, ਫਿਰ ਉਹ ਕਿਸੇ ਵੀ ਪ੍ਰਕਾਰ ਸਾਨੂੰ ਬੰਧਨਾਂ ਵਿੱਚ ਰਹਿਣ ਨਹੀਂ ਦਿੰਦਾ। ਸਾਡਾ ਪ੍ਰੇਮ ਉਹਦੇ ਨਾਲ ਪਵੇ, ਉਹ ਬਾਕੀ ਬੰਧਨਾਂ ਤੋਂ ਆਜ਼ਾਦ ਕਰਵਾ ਲੈਂਦਾ ਹੈ। ਹਾਂ, ਉਹਦੇ ਨਾਲ ਪ੍ਰੇਮ ਨਹੀਂ ਪਿਆ ਤੇ ਅਸੀਂ ਬਾਕੀ ਬੰਧਨਾਂ ਵਿੱਚ ਜਕੜੇ ਹਾਂ। ਜੇ ਬਾਕੀ ਬੰਧਨਾਂ ਤੋਂ ਆਜ਼ਾਦ ਹੋਣਾ ਤੇ ਉਹਦੀ ਆਜ਼ਾਦੀ ਵਾਸਤੇ ਗੁਰੂ ਬਾਬਾ ਜੀ ਕਹਿੰਦੇ ਸੱਜਣ ਦਾ ਪੱਲਾ ਫੜਨਾ ਹੀ ਪੈਣਾ, ਰੱਬ ਜੀ ਦੇ ਪੱਲੇ ਨਾਲ ਜੁੜਨਾ ਪੈਣਾ। ਜਿੱਦਣ ਪਰਮੇਸ਼ਵਰ ਦੇ ਪੱਲੇ ਨਾਲ ਜੁੜਾਂਗੇ ਉਸ ਦਿਨ ਕਿਸੇ ਨਾ ਦੇਈ ਬੰਨ, ਫਿਰ ਉਹ ਕਿਸੇ ਨੂੰ ਵੀ ਬੰਨਣ ਨਹੀਂ ਦਿੰਦਾ। ਜਾਂ ਇਉਂ ਕਹਿ ਲਓ, ਮੌਤ ਵਾਲੇ ਪਾਸੇ ਦੇ ਡਰ ਤੋਂ ਵੀ ਛੁਡਾ ਲੈਂਦਾ, ਜਮਾਂ ਦੇ ਡਰ ਤੋਂ ਵੀ ਛੁਡਾ ਲੈਂਦਾ, ਤੇ ਬਾਕੀ ਬੰਧਨਾਂ ਤੋਂ ਵੀ ਉਹ ਪਰਮੇਸ਼ਵਰ ਸਾਡੀ ਖਲਾਸੀ ਕਰਵਾ ਦਿੰਦੇ ਹਨ। ਮਾਣਕ ਮੋਤੀ ਨਾਮ ਪ੍ਰਭ, ਉਨ ਲੱਗੈ ਨਾਹੀ ਸਨ। ਰੰਗ ਸਭੇ ਨਾਰਾਇਣ, ਜੇਤੇ ਮਨ ਪਵਨ। ਰੱਬੀ ਨਾਮ ਬੜਾ ਬੇਸ਼ੁਮਾਰ ਕੀਮਤੀ ਹੈ। ਅਕਸਰ ਆਪਾਂ ਬਚਨ ਸਾਂਝਾ ਕਰਦੇ ਹਾਂ, ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ। ਸ਼ਬਦ ਰਤਨ ਜਿਤ ਮਨ ਲਾਗਾ, ਇਹ ਹੁਆ ਸਮਾਓ। ਸ਼ਬਦ ਸੇਤੀ ਮਨ ਮਿਲਿਆ, ਸੱਚੇ ਲਾਇਆ ਭਾਓ। ਆਪੇ ਹੀਰਾ ਰਤਨ ਆਪੇ, ਜਿਸ ਨਾਉ ਦੇ ਬੁਝਾਏ। ਹੁਣ ਗੁਰੂ ਬਾਬਾ ਜੀ ਆਖਦੇ, ਕਹਿੰਦੇ ਮਾਨਕ ਮੋਤੀ ਨਾਮ ਪ੍ਰਭ। ਰੱਬੀ ਨਾਮ ਬੜਾ ਕੀਮਤੀ ਮਾਨਕ ਹੈ, ਬੜਾ ਕੀਮਤੀ ਮੋਤੀ ਹੈ। ਔਰ ਜਦੋਂ ਕੋਈ ਕੀਮਤ ਵਾਲੀ ਵਸਤੂ ਹੱਥ ਵਿੱਚ ਆ ਜਾਂਦੀ ਹੈ, ਉਹ ਕੱਲੀ ਵਸਤੂ ਆਉਣ ਦੀ ਖੁਸ਼ੀ ਨਹੀਂ ਹੈ। ਵਸਤੂ ਸਾਨੂੰ ਕੋਈ ਕੀਮਤੀ ਮਿਲਦੀ ਹੈ, ਕੋਈ ਕੀਮਤੀ ਪਦਾਰਥ ਅਸੀਂ ਖਰੀਦਦੇ ਹਾਂ, ਕੋਈ ਕੀਮਤੀ ਵਸਤੂ ਅਸੀਂ ਖਰੀਦਦੇ ਹਾਂ, ਉਹ ਵਸਤੂ ਖਰੀਦਣ ਦੀ ਖੁਸ਼ੀ ਤੇ ਹੈ, ਪਰ ਉਸ ਖੁਸ਼ੀ ਦੇ ਨਾਲ ਨਾਲ ਇੱਕ ਚਿੰਤਾ ਵੀ ਪੈਦਾ ਹੋ ਰਹੀ। ਚਿੰਤਾ ਵੀ ਅਸੀਂ ਨਾਲ ਖਰੀਦ ਰਹੇ ਹਾਂ। ਖਰੀਦ ਕੇ ਅਸੀਂ ਖੁਸ਼ੀ ਤੇ ਲਈ ਵੀ ਮੈਂ ਅੱਜ ਆਹ ਕੀਮਤੀ ਵਸਤੂ ਅਸੀਂ ਹੀਰਾ ਖਰੀਦਿਆ, ਬੜੀ ਖੁਸ਼ੀ ਹੋਈ, ਅੱਜ ਮੈਂ ਇੰਨਾ ਲੱਖਾਂ ਰੁਪਇਆ ਲਾ ਕੇ ਆ ਹੀਰਾ ਖਰੀਦ ਕੇ ਲੈ ਕੇ ਆਇਆ, ਬੜੀ ਖੁਸ਼ੀ ਹੀਰਾ ਖਰੀਦਣ ਦੀ। ਮੈਂ ਡਾਇਮੰਡ ਵਾਲਾ ਬਣ ਗਿਆ, ਮੈਂ ਹੀਰੇ ਵਾਲਾ ਬਣ ਗਿਆ, ਬੜੀ ਖੁਸ਼ੀ ਹੈ। ਕੋਈ ਬਹੁਤ ਕੀਮਤੀ ਮੋਤੀ ਖਰੀਦੀਏ, ਲਾਲ ਖਰੀਦੀਏ, ਫਿਰ ਵੀ ਬੜੀ ਪ੍ਰਸੰਨਤਾ ਹੋਏਗੀ ਵੀ ਅੱਜ ਮੈਂ, ਹੋ ਸਕਦਾ ਵੀ ਕਰੋੜਾਂ ਰੁਪਈਆਂ ਦਾ ਹੀਰਾ ਖਰੀਦਿਆ ਹੋਵੇ, ਕਰੋੜਾਂ ਰੁਪਈਆਂ ਦਾ ਮਾਣਕ ਲਾਲ ਖਰੀਦਿਆ ਹੋਵੇ। ਹੁਣ ਉਹ ਕਰੋੜਾਂ ਰੁਪਈਏ ਦੇ ਬਦਲੇ ਵਿੱਚ ਅਸੀਂ ਇੱਕ ਲਾਲ ਖਰੀਦ ਕੇ ਲੈ ਕੇ ਆਏ ਆ। ਸਾਨੂੰ ਪਤਾ ਹੈ ਉਹਦੀ ਕੀਮਤ ਕੀ ਹੈ, ਕਿਉਂਕਿ ਅਸੀਂ ਅਦਾ ਕੀਤੀ ਹੈ, ਅਸੀਂ ਉਹ ਕੀਮਤ ਦੇ ਕੇ ਆਏ ਆ।
ਹੁਣ ਇਹ ਤੇ ਹੈ ਨਹੀਂ ਵੀ ਉਹ ਲੈ ਆਂਦਾ ਤੇ ਅਸੀਂ ਲਿਆ ਕੇ ਉਹਨੂੰ ਉਸੇ ਤਰ੍ਹਾਂ ਹੀ ਅਵੇਸਲੇਪਨ 'ਚ ਸੁੱਟਤਾ ਵੀ ਲਓ ਭਾਈ ਆਹ ਪਿਆ ਜੇ, ਨਹੀਂ। ਫਿਰ ਅਸੀਂ ਉਹਦੀ ਸੰਭਾਲ ਕਰਦੇ, ਉਹਨੂੰ ਸਾਂਭਣ ਲੱਗ ਜਾਂਦੇ, ਲੁਕੋ ਕੇ ਰੱਖੀਦਾ ਵੀ ਕਿਤੇ ਕੋਈ ਚੁੱਕ ਕੇ ਹੀ ਨਾ ਲੈ ਜੇ। ਇਹ ਨਾ ਹੋਵੇ ਵੀ ਕੋਈ ਘਰੇ ਆਵੇ ਸਾਡਾ ਹਾਲ ਚਾਲ ਪੁੱਛਣ ਤੇ ਸਾਡਾ ਹੀ ਹਾਲ ਵਿਗਾੜ ਕੇ ਚਲਾ ਜਾਏ। ਇਹ ਨਹੀਂ ਨਾ, ਸੰਭਾਲ ਕੇ ਰੱਖਿਆ, ਲੁਕੋ ਕੇ ਰੱਖਿਆ। ਹੋ ਸਕਦਾ ਹੈ ਅਸੀਂ ਉਹਨੂੰ ਵੱਖਰੇ ਇੱਕ ਲੋਕਰ ਵਿੱਚ ਰੱਖੀਏ ਵੀ ਬਹੁਤ ਕੀਮਤੀ ਹੈ। ਉਹ ਕੀਮਤੀ ਵਸਤੂ ਖਰੀਦਣ ਦੇ ਨਾਲ ਨਾਲ ਜਿੱਥੇ ਖੁਸ਼ੀ ਹੈ ਉੱਥੇ ਇੱਕ ਚਿੰਤਾ ਹੈ ਉਹਦੇ ਗਵਾਚ ਜਾਣ ਦੀ, ਉਹਦੇ ਡਿੱਗ ਜਾਣ ਦੀ, ਜਾਂ ਉਹਦੇ ਟੁੱਟ ਜਾਣ ਦੀ, ਜਾਂ ਉਹਦੇ ਚੋਰੀ ਹੋ ਜਾਣ ਦੀ। ਇਹ ਸਾਰੀਆਂ ਚਿੰਤਾਵਾਂ ਅਸੀਂ ਨਾਲ ਲੈ ਕੇ ਆਏ। ਬਾਪੂ ਜੀ ਕਹਿੰਦੇ ਤੇਰੇ ਹੱਥ ਵਿੱਚ ਬਹੁਤ ਕੀਮਤੀ ਮਾਣਕ ਹੈ, ਸੰਸਾਰਿਕ ਤੌਰ ਤੇ ਖਰੀਦ ਕੇ ਲੈ ਕੇ ਆਇਆ ਤੂੰ ਖੁਸ਼ੀ ਵਾਸਤੇ, ਪਰ ਚਿੰਤਾਵਾਂ ਤੇਰੇ ਨਾਲ ਆਪਣੇ ਆਪ ਆਈਆਂ। ਉੱਥੇ ਚਿੰਤਾ ਦੇ ਥੋੜੀ ਪੈਸੇ ਦੇ ਕੇ ਆਏ ਆਪਾਂ ਤੇ ਮਾਣਕ ਦੇ ਪੈਸੇ ਦੇ ਕੇ ਆਏ ਆ, ਧਨ ਦੇ ਕੇ ਆਏ ਆ ਵੀ ਮੈਂ ਮੋਤੀ ਲੈ ਕੇ ਜਾਣਾ ਹੈ, ਖੁਸ਼ੀ ਲਈ ਪੈਸੇ ਦੇ ਕੇ ਆਏ। ਪਰ ਉਹਦੇ ਨਾਲ ਚਿੰਤਾ ਆਪਣੇ ਆਪ ਚੱਲ ਕੇ ਆ ਗਈ, ਡਰ ਆਪਣੇ ਆਪ ਆ ਗਿਆ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਜਿਸ ਮਾਣਕ ਦੀ ਬਾਤ ਮੈਂ ਕਰ ਰਿਹਾ ਇਹ ਮਾਣਕ ਐਸਾ ਹੈ ਜਿਵੇਂ ਜਿਵੇਂ ਤੇਰੇ ਹੱਥ ਆਉਂਦਾ ਰਹੇਗਾ, ਜਿੰਨਾ ਜਿੰਨਾ ਵਧੀਕ ਤੇਰੇ ਕੋਲ ਮਿਲਦਾ ਰਹੇਗਾ, ਤੂੰ ਇਹਨੂੰ ਮਾਣਦਾ ਰਹੇਗਾ, ਉਨੀਆਂ ਚਿੰਤਾਵਾਂ ਮੁੱਕਣਗੀਆਂ। ਇਹ ਚਿੰਤਾਵਾਂ ਲੈ ਕੇ ਨਹੀਂ ਆਉਂਦਾ, ਸਗੋਂ ਜੀਵਨ ਵਿਚਲੀਆਂ ਚਿੰਤਾਵਾਂ ਨੂੰ ਖਤਮ ਕਰਦਾ ਹੈ। ਇਹ ਮਾਣਕ ਐਸਾ ਹੈ, ਇਹ ਮੋਤੀ ਐਸਾ ਹੈ, ਜੇ ਕਿਤੇ ਤੈਨੂੰ ਸੰਭਾਲਣਾ ਆ ਜਾਏ ਸੱਜਣਾ, ਜੇ ਕਿਤੇ ਆ ਮੋਤੀ ਤੂੰ ਆਪਣੇ ਜੀਵਨ ਅੰਦਰ ਹਾਸਲ ਕਰਕੇ ਸੰਭਾਲ ਲਏ, ਇਹ ਮੋਤੀ ਐਸਾ ਹੈ ਤੇਰੇ ਜੀਵਨ ਵਿਚਲੀਆਂ ਸਾਰੀਆਂ ਚਿੰਤਾਵਾਂ ਤੇ ਛੱਡ। ਜਿੱਥੇ ਚਿੰਤਾਵਾਂ ਮੁੱਕਣਗੀਆਂ ਤੇਰੇ ਜੀਵਨ ਵਿਚਲੇ ਦੁੱਖ ਵੀ ਮੁਕਾਏਗਾ। ਇਹ ਮੋਤੀ ਐਸਾ ਹੈ ਇਹ ਤੇਰੇ ਜੀਵਨ ਵਿਚਲੇ ਸੋਗ ਖਤਮ ਕਰੇਗਾ। ਇਹ ਮਾਣਕ ਐਸਾ ਹੈ ਇਹ ਤੇਰੇ ਜੀਵਨ ਵਿਚਲੇ ਰੋਗ ਖਤਮ ਕਰੇਗਾ। ਔਰ ਖਿਆਲ ਰੱਖ, ਇਹ ਮਾਨਕ ਜੇ ਕਿਤੇ ਤੇਰੇ ਹਿਰਦੇ 'ਚ ਵਸ ਜਾਏ ਸੱਜਣਾ, ਸਭ ਤੋਂ ਪਹਿਲਾਂ ਜਿਹੜਾ ਚੋਰੀ ਹੋਣ ਦਾ ਡਰ ਹੈ ਨਾ, ਤੈਨੂੰ ਕਦੇ ਉਹ ਨਹੀਂ ਬਣੇਗਾ, ਕਿਉਂਕਿ ਇਹਨੂੰ ਅੱਜ ਤੱਕ ਕੋਈ ਚੁਰਾ ਨਹੀਂ ਸਕਿਆ। ਗਿਆਨ ਦਾ ਸ਼ਬਦ ਹੋਵੇ, ਗਿਆਨ ਦਾ ਮੋਤੀ ਹੋਵੇ, ਅਕਾਲ ਪੁਰਖ ਪਰਮੇਸ਼ਵਰ ਦੇ ਨਾਮ ਰੂਪੀ ਮੋਤੀ ਹੋਵੇ, ਇਨਸਾਨ ਦੇ ਕੋਲੋਂ ਧਨ ਤੇ ਖਰੀਦਿਆ ਜਾ ਸਕਦਾ ਹੈ, ਇਨਸਾਨ ਕੋਲੋਂ ਧਨ ਖੋਇਆ ਜਾ ਸਕਦਾ ਹੈ, ਇਨਸਾਨ ਦੇ ਹੱਥਾਂ ਵਿੱਚ ਫੜੀਆਂ ਵਸਤੂਆਂ ਖੋਈਆਂ ਜਾ ਸਕਦੀਆਂ, ਇਨਸਾਨ ਦੇ ਘਰਾਂ ਵਿੱਚ ਪਏ ਹੋਏ ਪਦਾਰਥ ਸੰਨ ਲਾ ਕੇ ਚੁਰਾਏ ਜਾ ਸਕਦੇ। ਪਰ ਜੇ ਕਿਤੇ ਹਿਰਦੇ ਵਿੱਚ ਰੱਬ ਜੀ ਕਾ ਨਾਮ ਰੂਪੀ ਮਾਣਕ ਵਸ ਜਾਏ, ਸਾਹਿਬ ਕਹਿੰਦੇ ਉਨ ਲੱਗੈ ਨਾਹੀ ਸੰਨ। ਇਹਨੂੰ ਨਹੀਂ ਕਦੇ ਸੰਨ ਲੱਗਿਆ, ਇਹਨੂੰ ਨਹੀਂ ਕਦੇ ਕੋਈ ਚੁਰਾ ਸਕਿਆ। ਜਿਹਨੂੰ ਮਾਲਕ ਦੀ ਆਖਦੇ ਗੁਰ ਕਾ ਬਚਨ ਬਸੈ, ਜੀ ਨਾਲੇ ਜਲ ਨਹੀਂ ਡੂਬੈ, ਤਸਕਰ ਨਹੀਂ ਲੇਵੈ, ਭਾਹੇ ਨਾ ਸਕੈ ਜਾਲੇ। ਸੱਜਣਾ, ਜਦੋਂ ਕਿਤੇ ਜੀ ਦੇ ਨਾਲ ਗੁਰੂ ਕਾ ਬਚਨ ਬਸ ਜਾਂਦਾ ਹੈ, ਫਿਰ ਤਸਕਰ ਦਾ ਡਰ ਮੁੱਕ ਜਾਂਦਾ, ਚੋਰੀ ਦਾ ਡਰ ਮੁੱਕ ਜਾਂਦਾ, ਅੱਗ ਦੇ ਸੜਨ ਦਾ ਡਰ ਮੁੱਕ ਜਾਂਦਾ ਹੈ, ਜਲ ਵਿੱਚ ਡੁੱਬਣ ਦਾ ਖੌਫ ਮੁੱਕ ਜਾਂਦਾ, ਸਾਰੀਆਂ ਚਿੰਤਾਵਾਂ ਮੁੱਕ ਜਾਂਦੀਆਂ ਤੇ ਚਿੰਤਾ ਤੋਂ ਰਹਿਤ ਜੀਵਨ ਬੜਾ ਸਕੂਨ ਵਾਲਾ ਬਣ ਜਾਂਦਾ। ਅੱਜ ਸਾਡਾ ਜੀਵਨ ਦੁਖੀ ਕਿਉਂ ਹੈ? ਕਿਉਂਕਿ ਅਸੀਂ ਚਿੰਤਾਵਾਂ ਵਿੱਚ ਹਾਂ। ਜਿੰਨੀਆਂ ਚਿੰਤਾਵਾਂ ਉਨੇ ਹੀ ਦੁਖੀ। ਇੱਕ ਚਿੰਤਾ ਦੁੱਖ ਥੋੜਾ, 2 ਹੋ ਗਈਆਂ ਦੁੱਖ ਵੱਧ ਗਿਆ, 3 ਹੋ ਗਈਆਂ ਹੋਰ ਦੁੱਖ। ਚਿੰਤਾ ਹੀ ਸਾਡੇ ਦੁੱਖਾਂ ਦਾ ਕਾਰਨ ਹੈ। ਚਿੰਤਾ ਛੱਡ ਦਿਓ, ਦੁੱਖ ਵੀ ਖਤਮ। ਕੋ ਨਾ ਇੱਕ ਸੌਖੀ ਜੀ ਉਦਾਹਰਨ ਸਮਝੀਏ। ਜੇਬ ਦੇ ਅੰਦਰ ਕਿਤੇ 1000-2000 ਰੁਪਇਆ ਹੋਵੇ ਨਾ, ਬੰਦਾ ਤੁਰਿਆ ਜਾਂਦਾ 5-7 ਮਿੰਟਾਂ ਬਾਅਦ ਜੇਬ ਨੂੰ ਹੱਥ ਲਾ ਕੇ ਵੇਖਦਾ ਵੀ ਹੈਗੇ, ਇੱਕ ਚਿੰਤਾ ਬਣੀ, ਡਿੱਗ ਤਾਂ ਨਹੀਂ ਪਏ। ਹੁਣ ਉਹੀ ਰੁਪਈਏ ਜਦੋਂ ਖਰਚ ਲਏ, ਪਤਾ ਵੀ 1000-2000 ਸੀ, ਮਸਾਂ ਹੀ 10-20 ਰੁਪਈਏ ਰਹਿ ਗਏ। ਹੁਣ 10-20 ਦੀ ਨਹੀਂ ਚਿੰਤਾ ਵੀ ਕੋਈ ਗੱਲ ਨਹੀਂ ਡਿੱਗ ਵੀ ਪੈਣਗੇ ਤੇ ਕਿੱਡੀ ਕੁ ਗੱਲ ਹੈ। ਪਤਾ ਵੀ ਮੈਂ ਜਿੰਨੇ ਖਰਚਣੇ ਸੀ ਖਰਚ ਲਏ, ਜੋ ਖਰੀਦਣਾ ਸੀ ਖਰੀਦ ਲਿਆ, ਮੈਂ ਪੈਸੇ ਸਾਰੇ ਲਾ ਚੁੱਕਾ ਆ, ਚਿੰਤਾ ਮੁੱਕ ਗਈ। ਹੁਣ ਨਹੀਂ ਜੇਬ ਨੂੰ ਹੱਥ ਲਾ ਕੇ ਵੇਖਿਆ ਹੈਗੇ ਕਿ ਨਹੀਂ ਹੈਗੇ। ਅਸੀਂ ਚਿੰਤਾ ਕਰਕੇ ਦੁਖੀ ਹਾਂ। ਹੁਣ ਮੰਨ ਲਓ
ਉਹ ਜੇਬ ਵਿਚਲੇ ਡਿੱਗ ਜਾਣ, ਜਿਹੜਾ 2000 ਰੁਪਏ ਉਹ ਡਿੱਗ ਪਿਆ, ਹੋਰ ਹੁਣ ਕੀ ਹੋਏਗਾ? ਇੱਕ ਚਿੰਤਾ ਹੋਰ ਬਣ ਗਈ, ਡਿੱਗੇ ਕਿੱਥੇ? ਫਿਰ ਲੱਭਣ ਤੁਰਿਆ ਜਾਂਦਾ, ਨਾ ਲੱਭਣ ਕੁਰਲਾ ਉੱਠਦਾ ਵੀ ਮੇਰਾ ਧਨ, ਨਾ ਤੇ ਵਸਤੂ ਮਿਲੀ, ਧਨ ਵੀ ਗਿਆ, ਨਾ ਪਦਾਰਥ ਮਿਲਿਆ, ਪੈਸੇ ਵੀ ਵਿਅਰਥ ਗਏ, ਅਜਾਈਂ ਚਲੇ ਗਏ। ਫਿਰ ਉੱਥੇ ਖੜਾ, ਇਹ ਨਹੀਂ ਵੀ ਹੁਣ ਸਬਰ ਕਰ ਲਾਂ ਵੀ ਚੱਲ ਡਿੱਗ ਹੀ ਪਏ, ਨਾ ਮੇਰੇ ਹੱਥ ਵਸ ਕੁਛ। ਫਿਰ ਉੱਥੇ ਖੜਾ ਕੋਸਦਾ, ਚਿੰਤਾ ਵਧੀ ਨਾ। ਫਿਰ ਕੱਲਾ ਆਪਣੇ ਆਪ ਨੂੰ ਨਹੀਂ ਕੋਸਿਆ, ਆਪਣੇ ਆਪ ਨੂੰ ਕੋਸਣ ਦੇ ਨਾਲ ਨਾਲ ਆਪਣੀ ਜ਼ੁਬਾਨ ਤੋਂ ਵਾਧੂਆਂ ਬੜੀਆਂ ਦਿੱਤੀਆਂ ਵੀ ਜਿੰਨੇ ਚੁੱਕੇ ਹੋਣ ਉਹਦਾ ਕੱਖ ਨਾ ਰਹੇ, ਉਹਨੂੰ ਕੁਛ ਵੀ ਨਾ ਬੜਾ ਕੁਝ ਆਪਣੀ ਰਸਨਾ ਤੋਂ ਬੋਲਿਆ। ਇਹ ਕੀ ਹੈ? ਚਿੰਤਾਵਾਂ ਦਾ ਭਾਰ ਜਿਹੜਾ ਆਪਣੇ ਸਿਰ ਚੁੱਕਿਆ, ਇਹਨੇ ਕੀ ਕਰਨਾ? ਦੁਖੀ ਕਰਨਾ। ਮਾਲਕ ਜੀ ਕਹਿੰਦੇ, ਜੇ ਕਿਤੇ ਅਕਾਲ ਪੁਰਖ ਪਰਮੇਸ਼ਵਰ ਜੀ ਕਾ ਨਾਮ ਰੂਪੀ ਰਤਨ ਤੇਰੇ ਕੋਲ ਹੋਵੇ ਸੱਜਣਾ, ਉਹ ਰਤਨ ਐਸਾ ਹੈ, ਉਹ ਚਿੰਤਾਵਾਂ ਦੂਰ ਕਰਦਾ। ਉਹ ਤੇ ਇਹ ਆਖਦਾ, ਉਹ ਇਹ ਸਮਝਾਉਂਦਾ ਹੈ, ਅਕਾਲ ਪੁਰਖ ਪਰਮੇਸ਼ਵਰ ਦੇ ਨਾਮ ਨੇ ਇੰਨਾ ਕੁ ਸਬਰ, ਇੰਨਾ ਕੁ ਧੀਰਜ ਦਿੱਤਾ ਕਿ ਉਹ ਹਰ ਸਮੇਂ ਹਰ ਹਾਲਾਤਾਂ ਵਿੱਚ ਸੰਤੋਖ ਵਿੱਚ ਰਹਿਣਾ ਸਿਖਾ ਦਿੰਦਾ ਹੈ। ਉਹ ਹਰ ਹਾਲਾਤਾਂ ਅੰਦਰ ਸਬਰ ਕਰਨਾ ਸਿਖਾ ਦਿੰਦਾ। ਇਉਂ ਕਹਿ ਲਈਏ ਕਿ ਅਕਾਲ ਪੁਰਖ ਪਰਮੇਸ਼ਵਰ ਜੀ ਕਾ ਮਿਲਿਆ ਹੋਇਆ ਆਸਰਾ, ਮਿਲਿਆ ਹੋਇਆ ਸਹਾਰਾ, ਹਿਰਦਿਆਂ ਦੁਆਰਾ ਲਿਆ ਹੋਇਆ ਧੀਰਜ ਸਾਨੂੰ ਹਰ ਸਿਚੁਏਸ਼ਨ ਨੂੰ ਹੈਂਡਲ ਕਰਨਾ ਸਿਖਾ ਦਿੰਦਾ ਕਿ ਅਸੀਂ ਇਸ ਸਿਚੁਏਸ਼ਨ ਦੇ ਨਾਲ ਨਜਿੱਠਣਾ ਕਿਵੇਂ ਹੈ। ਕਿੱਥੇ ਅਸੀਂ ਬੌਲੇ ਹੋ ਜਾਣਾ, ਕਿੱਥੇ ਇੰਨੀ ਕੁ ਵਿਸ਼ਾਲਤਾ ਆ ਜਾਣੀ, ਰੱਬ ਜੀ ਆਪੇ ਸਵਾਰਨਗੇ। ਫਿਰ ਆਖਿਆ, ਰੰਗ ਸਭੇ ਨਾਰਾਇਣ ਹੈ, ਜੇਤੇ ਮਨ ਪਾਵਨ। जितने भी अकाल पुरख परमेश्वर जी के कौतक ने, क्योंकि जेड़ा रब्बी नाम नाल सांझ पा लैंदा है, प्रीतम दे प्यारे दा हर एक कौतक चंगा लगदा। देखो ना, जिहदे नाल ते साडा प्रेम है, प्यार है, ओदा सानू बोलना भी पाउंदा है, ਉਹਦਾ ਸਾਨੂੰ ਤੁਰਨਾ ਵੀ ਪਾਉਂਦਾ, ਚੱਲਣਾ ਵੀ ਪਾਉਂਦਾ, ਉਹਦਾ ਸਾਨੂੰ ਵੇਖਣਾ ਵੀ ਪਾਉਂਦਾ। ਹਰ ਪਾਸੇ ਤੋਂ ਚੰਗਾ ਲੱਗਾ, ਉਹਦਾ ਹਰ ਇੱਕ ਕਰਮ ਚੰਗਾ ਲੱਗਾ, ਹਰ ਵਸਤੂ ਭਾਈ। ਦੇਖੋ, ਜਦੋਂ ਆਪਾਂ ਬਾਣੀ ਪੜ੍ਹੀ ਨਾ, ਤੇ ਬਾਣੀ ਦੇ ਅੰਦਰ ਬਾਪੂ ਜੀ ਨੇ ਜ਼ਿਕਰ ਕਰਦੇ ਆ ਰੱਬੀ ਪਿਆਰਿਆਂ ਦਾ। ਜਦੋਂ ਜ਼ਿਕਰ ਕੀਤਾ, ਭਗਤ ਕਬੀਰ ਸਾਹਿਬ ਨੇ ਇੱਕ ਬੜਾ ਪਿਆਰਾ ਬੋਲ ਉਚਾਰਿਆ, ਕਹਿੰਦੇ, ਕਬੀਰ ਸੁਪਨੇ ਹੋਂ ਬਰੁੜਾਏ ਕੈ ਜਿਹੇ ਮੁਖ ਨਿਕਸੈ ਰਾਮ, ਤਾਕੈ ਪਗ ਕੀ ਪਨ ਹੀ ਮੇਰੇ ਤਨ ਕੋ ਚਾਮ। ਇਹ ਪ੍ਰੇਮ ਪ੍ਰਗਟਾਇਆ ਵੀ ਮੈਂ ਤੇ ਆਪਣੇ ਤਨ ਦਾ ਚੰਮ ਦੇ ਦਿਆਂਗਾ, ਵੀ ਸਜਣਾ ਲੈ ਜੋੜੇ ਬਣਾ ਕੇ ਪਾਲਾ। ਪ੍ਰੇਮ, ਜਿਸ ਨਾਲ ਪ੍ਰੇਮ ਹੈ ਨਾ, ਉਹਦੀ ਜ਼ੁਬਾਨ ਉੱਪਰੋਂ, ਖਿਮਾ ਕਰਿਓ ਮੈਂ ਲਫ਼ਜ਼ ਵਰਤ ਰਿਹਾ, ਜੇ ਕਿਤੇ ਉਹ ਕਠੋਰਤਾ ਭਰੇ ਵੀ ਲਫ਼ਜ਼ ਵਰਤੇ ਨਾ, ਸਾਨੂੰ ਉਹ ਵੀ ਭਾਉਂਦੇ, ਕਿਉਂਕਿ ਉਹਦੇ ਨਾਲ ਪ੍ਰੇਮ ਹੈ, ਉਹਦੇ ਨਾਲ ਪਿਆਰ ਹੈ। ਹੁਣ ਪ੍ਰੇਮ ਦੀ ਥਾਂ ਹੋਵੇ ਵੈਰ, ਫਿਰ ਉਹ ਭਾਵੇਂ ਸਾਡੇ ਭਲੇ ਦੀ ਗੱਲ ਹੀ ਕਰੇ, ਸਾਨੂੰ ਇਹ ਵੀ ਲੱਗਦਾ ਵੀ ਇਹਦੇ ਵਿੱਚ ਵੀ ਇਹਦਾ ਕੋਈ ਨਾ ਕੋਈ ਮਤਲਬ ਹੋਣਾ, ਇਹ ਜ਼ਰੂਰ ਸਾਡੀ ਹਾਨੀ ਕਰੇਗਾ। ਉਹ ਭਾਵੇਂ ਸਾਨੂੰ ਚੰਗੀ ਸਿੱਖਿਆ ਹੀ ਦਵੇ, ਪਰ ਅਸੀਂ ਉਹਦੀ ਚੰਗੀ ਸਿੱਖਿਆ ਵੀ ਨਹੀਂ ਸੁਣਨੀ। ਉਹ ਸਾਡੇ ਲਈ ਚੰਗਾ ਸੋਚੇ, ਅਸੀਂ ਉਹ ਵੀ ਨਹੀਂ ਮੰਨਣਾ, ਉਹਦਾ ਬੋਲਿਆ ਵੀ ਨਹੀਂ ਪਾਉਣਾ, ਉਹਦਾ ਚੱਲਣਾ ਵੀ ਨਹੀਂ ਪਾਉਣਾ। ਉਹਦੇ ਜ਼ੁਬਾਨ ਉੱਪਰਲੇ ਕਠੋਰਤਾ ਭਰੇ ਲਫ਼ਜ਼ ਤੇ ਸਾਨੂੰ ਕੀ ਚੰਗੇ ਲੱਗਣੇ, ਉਹਦੀ ਜ਼ੁਬਾਨ ਉੱਪਰ ਭਰੇ ਹੋਏ ਪ੍ਰੇਮ ਨਾਲ ਭਰੇ ਲਫ਼ਜ਼ ਵੀ ਸਾਨੂੰ ਨਹੀਂ ਪਾਉਣੇ, ਕਿਉਂਕਿ ਉਹਦੇ ਨਾਲ ਪ੍ਰੇਮ ਨਹੀਂ ਹੈ। ਜਿਸ ਨਾਲ ਪ੍ਰੇਮ ਬਣ ਜਾਂਦਾ ਹੈ, ਪਿਆਰ ਹੋਵੇ, ਉਹਦੇ ਜੋੜੇ ਵੀ ਚੰਗੇ ਲੱਗੇ, ਉਹਦੇ ਜੋੜਿਆਂ ਨੂੰ ਝਾੜਨਾ ਵੀ ਚੰਗਾ ਲੱਗਾ, ਉਹਦੀ ਸੇਵਾ ਕਰਨੀ ਵੀ ਚੰਗੀ ਲੱਗੀ, ਉਹਦੇ ਕੋਲ ਹਰ ਵਕਤ ਉਹਦੀ ਸੇਵਾ ਵਿੱਚ ਤਤਪਰ ਰਹਿਣਾ ਵੀ ਪਾਇਆ। ਤੇ ਜਿਹਦੇ ਨਾਲ ਪ੍ਰੇਮ ਨਹੀਂ ਹੈ, ਉਹਦੇ ਜੋੜਿਆਂ ਦੀ ਚਰਨ, ਉਹਦੇ ਜੋੜੇ ਝਾੜਨੇ ਤੇ ਬੜੀ ਦੂਰ ਦੀ ਗੱਲ ਹੈ।
ਸਾਨੂੰ ਤੇ ਵੇਖਣੇ ਵੀ ਚੰਗੇ ਨਹੀਂ ਲੱਗੇ, ਅਸੀਂ ਤੇ ਉਹਦਾ ਮੁਖ ਵੇਖਣ ਤੋਂ ਇਨਕਾਰੀ ਹੋ ਗਏ ਵੀ ਮੈਂ ਇਹਦਾ ਮੂੰਹ ਨਹੀਂ ਵੇਖਣਾ ਚਾਹੁੰਦਾ, ਕਿਉਂਕਿ ਇਹਦੇ ਨਾਲ ਮੇਰਾ ਵੈਰ ਹੈ। ਬਾਪੂ ਜੀ ਨੇ ਆਖਿਆ ਜਦੋਂ ਰੱਬ ਜੀ ਨਾਲ ਪ੍ਰੇਮ ਬਣ ਗਿਆ, ਹਿਰਦੇ 'ਚ ਪ੍ਰੇਮ ਪੈ ਗਿਆ ਨਾ, ਮਾਨਕ ਮੋਤੀ ਨਾਮ ਪ੍ਰਭ ਹਿਰਦੇ 'ਚ ਬਣ ਗਿਆ, ਹੁਣ ਰੰਗ ਸਭੇ ਨਾਰਾਇਣ ਹੈ। ਨਾਰਾਇਣ ਦੇ ਜਿਤਨੇ ਵੀ ਰੰਗ ਨੇ, ਰੱਬ ਜਿੰਨੇ ਵੀ ਕੌਤਕ ਵਰਤਾਉਂਦਾ ਹੈ, ਰੰਗ ਤੋਂ ਭਾਵ ਇੱਥੇ ਕੌਤਕ ਕੋਡ, ਰੱਬ ਜਿੰਨੇ ਕੋਡ ਵਰਤਾਉਂਦਾ ਹੈ, ਜਿਹੜਾ ਤੇ ਅਕਾਲ ਪੁਰਖ ਪਰਮੇਸ਼ਵਰ ਨਾਲ ਪ੍ਰੇਮ ਕਰਦਾ ਹੈ ਉਹ ਤੇ ਹੱਥ ਜੋੜ ਇਹੀ ਆਖਦਾ ਹੈ ਕਿ ਅਕਾਲ ਪੁਰਖ ਪਰਮੇਸ਼ਵਰ ਜੀਓ ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚੰਗੀ। ਉਹ ਤੇ ਇਹੀ ਕਹਿੰਦਾ ਰੱਬਾ ਜਿਵੇਂ ਤੈਨੂੰ ਪਾਉਂਦਾ। ਰੱਬ ਨਾਲ ਪ੍ਰੇਮ ਹੈ, ਜਿਹਦਾ ਪ੍ਰੇਮ ਹੈ ਉਹ ਰੱਬ ਦੇ ਵਰਤਾਏ ਹਰ ਕੌਤਕ ਤੇ ਪ੍ਰਸੰਨ ਹੈ। ਉਹਨੇ ਕਦੇ ਦੁੱਖ ਜ਼ਾਹਰ ਜਾਂ ਉਹਨੇ ਕਦੇ ਇਤਰਾਜ਼ ਨਹੀਂ ਜ਼ਾਹਰ ਕੀਤਾ, ਉਹਨੇ ਕਦੇ ਉਲਾਮਾ ਨਹੀਂ ਰੱਬ ਅੱਗੇ ਰੱਖਿਆ, ਕਿਉਂਕਿ ਪ੍ਰੇਮ ਹੀ ਇੰਨਾ ਕੈ। ਉਹ ਪ੍ਰੇਮ ਨੇ ਰੱਬ ਦਾ ਹਰ ਕੌਤਕ ਭਾਉਣ ਲਾਤਾ, ਰੱਬ ਦਾ ਵਰਤਾਇਆ ਹਰ ਕਰਮ ਚੰਗਾ ਲੱਗਦਾ ਹੈ ਜਦੋਂ ਕਿਤੇ ਅਕਾਲ ਪੁਰਖ ਪਰਮੇਸ਼ਵਰ ਨਾਲ ਪ੍ਰੇਮ ਬਣ ਜਾਂਦਾ ਹੈ। ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ, ਜੋ ਪ੍ਰਭ ਕੀਤੇ ਆਪਣੇ ਸਈ ਕਹੀਐ ਤਨ। ਫਿਰ ਸਾਹਿਬ ਕਹਿੰਦੇ ਜੋ ਹਰ ਲੋੜ ਹੈ, ਜੋ ਪਰਮੇਸ਼ਵਰ ਜੀ ਲੋੜਦੇ ਨੇ ਸੋ ਕਰੇ ਉਹ ਕਰਦੇ, ਸੋਈ ਜੀ ਕਰਨ ਉਹੀ ਜੀਵ ਕਰਦੇ ਨੇ ਜੋ ਪਰਮੇਸ਼ਵਰ ਲੋੜਦਾ ਹੈ। ਇਉਂ ਕਹਿ ਲੋ ਜਿਹਨੂੰ ਬਾਬਾ ਜੀ ਕਹਿੰਦੇ ਆਪਣਾ ਚਿਤਵਿਆ ਹਰ ਕਰੈ ਜੋ ਮੇਰਾ ਚਿੱਤ ਨਾ ਹੋਏ, ਜੋ ਹਰ ਲੋੜੈ ਸੋ ਕਰੇ ਸੋਈ ਜੀ ਕਰਨ। ਸਾਡੇ ਵੱਸ ਕੁਛ ਨਹੀਂ ਹੈ, ਜਿਹਨੂੰ ਬਾਪੂ ਜੀ ਕਹਿੰਦੇ ਅਸਾਂ ਜ਼ੋਰ ਨਾਹੀਂ ਜੇ ਕਿਛ ਕਰ ਹਮ ਸਾਕੈ, ਜਿਉਂ ਭਾਵੈ ਤੇ ਮੈਂ ਬਖਸ਼। ਸਾਡੇ ਕੋਲ ਕੀ ਜ਼ੋਰ ਹੈ? ਨਾ ਤੇ ਸਾਡੇ ਕੋਲ ਸਮਰੱਥ ਹੈ ਵੀ ਅਸੀਂ ਰੱਬ ਦਾ ਕੀਤਾ ਉਲਟਾ ਸਕੀਏ, ਨਾ ਹੀ ਸਾਡੇ ਕੋਲ ਸਮਰੱਥ ਹੈ ਵੀ ਅਸੀਂ ਆਪਣਾ ਭਾਇਆ ਹੋਇਆ ਆਪਣਾ ਚਾਹਿਆ ਹੋਇਆ ਕਰ ਸਕੀਏ। ਅਸੀਂ ਤੇ ਆਪਣਾ ਚਾਹਿਆ ਵੀ ਨਹੀਂ ਕਰ ਸਕਦੇ ਕਿ ਜੋ ਅਸੀਂ ਚਾਹੁੰਦੇ ਆ ਅਸੀਂ ਉਹ ਕਰਦੇ ਆ, ਜਾਂ ਜੋ ਅਸੀਂ ਚਾਹਿਆ ਹੈ ਉਹੀ ਹੁੰਦਾ ਹੈ? ਨਹੀਂ, ਹਾਲਾਤ ਤੇ ਸਮਾਂ ਸਭ ਕੁਝ ਤਬਦੀਲ ਕਰ ਦਿੰਦਾ। ਜੋ ਅਸੀਂ ਚਾਹੁੰਦੇ ਆ ਜੇ ਹਾਲਾਤ ਉਦਾਂ ਦੇ ਨਹੀਂ ਤੇ ਉਹ ਨਹੀਂ ਹੁੰਦਾ, ਜਾਂ ਜੋ ਸਾਨੂੰ ਚੰਗਾ ਲੱਗਦਾ ਜੇ ਸਮਾਂ ਵੈਸਾ ਨਹੀਂ ਹੈ ਉਹ ਫਿਰ ਨਹੀਂ ਹੁੰਦਾ। ਹਾਲਾਤਾਂ ਨੇ ਔਰ ਸਮੇਂ ਨੇ ਸਭ ਕੁਝ ਬਦਲਾਤਾ, ਤਬਦੀਲ ਕਰਤਾ। ਜਿਵੇਂ ਇਹਨੂੰ ਸੌਖੇ ਰੂਪ ਚ ਸਮਝੀਏ, ਇਨਸਾਨੀ ਬਿਰਤੀ ਕਹਿੰਦੀ ਹੈ ਕਿ ਖੁਸ਼ੀ ਦਾ ਪ੍ਰਗਟਾਵਾ ਇਸ ਢੰਗ ਨਾਲ ਕਰੋ ਕਿ ਸਮਾਜ ਨੂੰ ਪਤਾ ਲੱਗੇ ਇਹਨੇ ਖੁਸ਼ੀ ਮਨਾਈ। ਇਨਸਾਨੀ ਬਿਰਤੀ ਕਹਿੰਦੀ ਹੈ। ਔਰ ਜੇ ਤੇ ਹੁਣ ਇਨਸਾਨ ਜੋ ਸੋਚ ਕੇ ਵੀ ਮੈਂ ਆਪਣੀ ਖੁਸ਼ੀ ਨੂੰ ਪ੍ਰਗਟਾਉਣਾ ਇਸ ਢੰਗ ਨਾਲ ਪ੍ਰਗਟਾਵਾਂਗਾ, ਆਸ ਪੜੋਸ ਨਗਰ ਵਾਲੇ ਸ਼ਹਿਰ ਵਾਲੇ ਇੱਥੋਂ ਤੱਕ ਮੇਰੇ ਇਲਾਕੇ ਦੇ ਹਰ ਇਨਸਾਨ ਨੂੰ ਪਤਾ ਹੋਏਗਾ ਕਿ ਇਹਨੇ ਖੁਸ਼ੀ ਪ੍ਰਗਟਾਈ ਹੈ, ਇਹਨੂੰ ਖੁਸ਼ੀ ਦਾ ਵੇਲਾ ਮਿਲਿਆ। ਇਹ ਇਨਸਾਨੀ ਚਾਹਤ ਹੈ। ਸਮਾਂ ਬਦਲ ਗਿਆ, ਹਾਲਾਤ ਬਦਲ ਗਏ, ਕਿਸੇ ਕਾਰਨ ਕਰਕੇ ਘਰ ਵਿੱਚ ਕੋਈ ਦੁੱਖਾਂ ਦਾ ਵੇਲਾ ਆ ਗਿਆ। ਹੁਣ ਖੁਸ਼ੀ ਦਾ ਪ੍ਰਗਟਾਵਾ ਨਹੀਂ ਹੁੰਦਾ, ਹੁਣ ਕੁਰਲਾਹਟ ਪ੍ਰਗਟ ਹੋ ਰਹੀ, ਵਿਰਲਾਪ ਦੇ ਸਰਿਆ। ਕਿੱਥੇ ਗਈ ਖੁਸ਼ੀ? ਜਿਸ ਖੁਸ਼ੀ ਨੂੰ ਦਿਖਾਉਣ ਵਾਸਤੇ ਮਨ ਅੰਦਰ ਚਾਹ ਕੇ ਬੈਠਾ ਸੀ ਕਿ ਸੰਸਾਰ ਨੂੰ ਪਤਾ ਲੱਗੇਗਾ, ਪਰ ਉਹੀ ਹਾਲਾਤ ਸਮਾਂ ਬਦਲ ਗਿਆ, ਤਬਦੀਲ ਹੋ ਗਿਆ। ਹੁਣ ਖੁਸ਼ੀ ਦਾ ਤੇ ਸੰਸਾਰ ਨੂੰ ਪਤਾ ਨਹੀਂ ਲੱਗਾ,
ਪਰ ਵਿਰਲਾਪ ਸਾਰੀ ਦੁਨੀਆ 'ਚ ਪ੍ਰਗਟ ਹੋ ਰਿਹਾ ਕਿ ਉਹ ਇਨਸਾਨ ਅੱਜ ਕੁਰਲਾ ਰਿਹਾ, ਹਾਲਾਤ ਤੇ ਸਮਾਂ ਬਦਲ ਗਿਆ। ਮਾਲਕ ਜੀ ਕਹਿੰਦੇ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ। ਜੀਵ ਵੀ ਉਹੀ ਕਰਦੇ ਜੋ ਰੱਬ ਚਾਹੁੰਦਾ ਹੈ, ਤੇ ਜੋ ਪਰਮੇਸ਼ਵਰ ਚਾਹੁੰਦਾ ਹੈ ਆਪ ਵੀ ਉਸੇ ਤਰ੍ਹਾਂ ਦੇ ਕੌਤਕ ਉਹ ਵਰਤਾਉਂਦਾ ਹੈ। ਫਿਰ ਜੋ ਪ੍ਰਭ ਕੀਤੇ ਆਪਣੇ, ਜਿਨ੍ਹਾਂ ਨੂੰ ਰੱਬ ਜੀ ਨੇ ਆਪਣੇ ਬਣਾ ਲਿਆ ਜਾਂ ਜਿਹੜੇ ਰੱਬ ਜੀ ਦੇ ਬਣ ਗਏ, ਜਿਨ੍ਹਾਂ ਨੇ ਪਰਮੇਸ਼ਵਰ ਨਾਲ ਆਪਣਾ ਪ੍ਰੇਮ ਬਣਾ ਲਿਆ, ਸਹੀ ਕਹੀ ਹੈ ਧੰਨ। ਬਾਪੂ ਜੀ ਨੇ ਬਾਣੀ ਚ ਆਖਿਆ, ਕਹਿੰਦੇ ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੈ ਸਭ ਕੋਈ, ਗੁਰ ਪੂਰੇ ਕੀ ਵਡਿਆਈ ਤਾਕੀ ਕੀਮਤ ਕਹੀ ਨਾ ਜਾਈ। ਕਿਸੇ ਪ੍ਰਕਾਰ ਵੀ ਬਿਆਨ ਨਹੀਂ ਹੋਈ। ਜਾਂ ਅਗਾਂਹ ਜਾ ਕੇ ਇਸੇ ਬਾਣੀ ਵਿੱਚ ਸਤਿਗੁਰੂ ਜ਼ਿਕਰ ਕਰਦੇ, ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਜਦੋਂ ਤੇ ਸ਼ੋਭਾ ਦੀ ਬਾਤ ਆਉਂਦੀ ਹੈ ਤੇ ਮਾਲਕ ਪਾਤਸ਼ਾਹ ਦੀ ਜ਼ਿਕਰ ਕਰਦੇ ਕਿ ਉਹ ਪਰਮੇਸ਼ਵਰ ਆਪ ਕਿਰਪਾ ਕਰਦਾ ਹੈ, ਆਪ ਰੱਬ ਬਖਸ਼ਿਸ਼ ਕਰਦਾ ਹੈ, ਕਿ ਉਹ ਪਰਮੇਸ਼ਵਰ ਆਪ ਝੋਲੀ ਅੰਦਰ ਵਡਿਆਈ ਪਾਉਂਦਾ, ਆਪੇ ਹੀ ਸ਼ੋਭਾ ਪਾਉਂਦਾ ਹੈ। ਤੇ ਜੇ ਉਹ ਆਪ ਬਖਸ਼ਿਸ਼ ਨਾ ਕਰੇ, ਵੇਖੋ ਜੋ ਪ੍ਰਭ ਕੀਤੇ ਆਪਣੇ, ਜਿਨ੍ਹਾਂ ਨੂੰ ਆਪਣੇ ਬਣਾ ਲਿਆ ਉਹਨਾਂ ਦੀ ਝੋਲੀ 'ਚ ਕੀ ਪਿਆ? ਵਡਿਆਈ, ਬਖਸ਼ਿਸ਼। ਜਿਹਨੂੰ ਆਪਾਂ ਨਾ ਜਦੋਂ ਸਤਿਗੁਰੂ ਜੀ ਕੀ ਪਾਵਨ ਬਾਣੀ ਪੜ੍ਹਦੇ ਆ ਤੇ ਸਤਿਗੁਰੂ ਜੀ ਜ਼ਿਕਰ ਕਰਦੇ ਆ, ਆਖਦੇ ਕਹਿੰਦੇ ਕਿ ਅਕਾਲ ਪੁਰਖ ਦੇ ਹੱਥ ਵਿੱਚ ਨਾ ਵਡਿਆਈਆਂ ਨੇ, ਤੇ ਜਿਹਨੂੰ ਪਾਉਂਦਾ ਮਤਲਬ ਜਿਹੜਾ ਉਹਨੂੰ ਪਾਉਂਦਾ ਉਸੇ ਦੀ ਝੋਲੀ ਚੋਂ ਵਡਿਆਈ ਪਾਉਂਦਾ ਹੈ। ਸਾਹਿਬ ਹੱਥ ਵਡਿਆਈਆਂ, ਜੈ ਭਾਵੈ ਤੈਂ ਦੇ, ਉਹਦੀ ਝੋਲੀ ਚ ਪਾਈਆਂ। ਜੋ ਪ੍ਰਭ ਕੀਤੇ ਆਪਣੇ, ਆਪਣੇ ਬਣਾ ਲਏ ਨਾ। ਸਮਾਜ ਨੇ ਕੀ ਕਿਹਾ? ਬੜੇ ਧਨ ਨੇ ਭਾਈ ਇਹ ਲੋਕ। ਫਿਰ ਸਾਹਿਬ ਜੀ ਬਾਣੀ ਚ ਜ਼ਿਕਰ ਕਰਦੇ ਆ, ਜਿਸ ਨੂੰ ਆਪ ਖੁਆਏ ਕਰਤਾ ਖੁਸ ਲਏ ਚੰਗਿਆਈ। ਜੇ ਧਨ ਧਨ ਉਹ ਕਰਵਾ ਸਕਦਾ ਨਾ, ਤੇ ਫਿਰ ਠੋਕਰਾਂ ਵੀ ਉਸੇ ਨਹੀਂ ਉਸ ਪਾਸੇ ਤੋੜ ਦੇਣਾ। ਜਿਹਨੂੰ ਬਾਪੂ ਜੀ ਨੇ ਬਾਣੀ 'ਚ ਜ਼ਿਕਰ ਕਰਦੇ ਆਖਿਆ, ਜਿਸੈ ਦਿਖਾਲੇ ਵਾਟੜੀ ਤਿਸੈ ਭੁਲਾਵੈ ਕੌਣ, ਜਿਸੈ ਭੁਲਾਵੈ ਪੰਧ ਸਿਰ ਤਿਸੈ ਵਿਖਾਲੇ ਕੌਣ। ਵਡਿਆਈ ਉਹਨੇ ਝੋਲੀ ਵਿੱਚ ਪਾਉਣੀ ਹੈ, ਜਿਸ ਦੀ ਝੋਲੀ ਵਿੱਚ ਪਾਉਂਦਾ ਉਹ ਵਡਿਆਈਆਂ ਨਾਲ ਭਰ ਜਾਂਦਾ, ਇੰਨਾ ਕੁ ਭਰ ਜਾਂਦਾ ਕਿ ਰੱਬ ਕਿਸੇ ਗੱਲ ਦੀ ਕਮੀ ਨਹੀਂ ਰਹਿਣ ਦਿੰਦੇ। ਪਰ ਜਿਹਨੂੰ ਉਹ ਵਡਿਆਈ ਤੋਂ ਸਖਣਿਆ ਕਰੇ, ਉਹਦੀਆਂ ਚੰਗਿਆਈਆਂ ਵੀ ਆਪੇ ਹੀ ਖੋਹ ਲੈਂਦਾ ਹੈ। ਇੱਕ ਨਾ ਮਾਲਕ ਪਾਤਸ਼ਾਹ ਜੀ ਦਾ ਪਾਵਨ ਬਚਨ ਹੈ, ਸਤਿਗੁਰੂ ਉੱਥੇ ਜ਼ਿਕਰ ਕਰਦੇ ਆ, ਆਖਦੇ ਹਰ ਕੀਆਂ ਸਦਾ ਸਦਾ ਵਡਿਆਈਆਂ, ਦੇ ਨਾ ਪਛੋਤਾਏ। ਉਹ ਕਦੇ ਦੇ ਕੇ ਵਡਿਆਈ ਪਛਤਾਉਂਦਾ ਨਹੀਂ ਹੈ, ਪਰ ਖਿਆਲ ਰੱਖੀਏ ਜਿਹਦੀ ਤੇ ਝੋਲੀ ਵਿੱਚ ਉਹਨੇ ਵਡਿਆਈ ਪਾਈ ਉਹ ਸ਼ੋਭਾ ਵਾਲਾ ਬਣ ਗਿਆ, ਪਰ ਜਿਹਦੀ ਝੋਲੀ ਚੋਂ ਉਹਨੇ ਵਡਿਆਈ ਲੈਣੀ ਹੈ ਨਾ, ਖੋਣੀ ਹੈ, ਉਹਦੀਆਂ ਚੰਗਿਆਈਆਂ ਵੀ ਖੋਹ ਲੈਂਦਾ। ਇਨਸਾਨ ਆਪਣੀ ਮਤ ਨਾਲ ਕੁਝ ਨਹੀਂ ਕਰਦਾ। ਪਿਛਲੇਰੇ ਦੀਵਾਨਾਂ 'ਚ ਨਾ ਰਾਤਰੀ ਦੇ ਸਮੇਂ, ਰਾਤਰੀ ਦੇ ਦੀਵਾਨਾਂ 'ਚ ਬੇਨਤੀ ਕੀਤੀ ਸੀ ਕਿ ਇਨਸਾਨ ਨਾ ਚਾਰਾਂ ਬੰਦਿਆਂ 'ਚ ਬੈਠਿਆਂ ਕਦੇ ਨਹੀਂ ਚਾਹੁੰਦਾ ਕਿ ਮੈਂ ਬੇਪਤ ਹੋਵਾਂ। ਚਾਰ ਬੰਦੇ ਬੈਠੇ ਸਮਾਜ ਵਿੱਚ, ਕਦੇ ਨਹੀਂ ਚਾਹੁੰਦਾ ਮੈਂ ਬੇਪਤ ਹੋਵਾਂ। ਚਾਰਾਂ ਬੰਦਿਆਂ 'ਚ ਬੈਠਾ ਕਦੇ ਨਹੀਂ ਚਾਹੁੰਦਾ ਮੇਰੀ ਜ਼ੁਬਾਨ ਤੋਂ ਐਸਾ ਲਫ਼ਜ਼ ਨਿਕਲੇ ਕਿ ਦੁਨੀਆ ਮੇਰੇ ਖਿਲਾਫ ਖੜੀ ਹੋ ਜਾਏ। ਜਾਂ ਚਾਰਾਂ ਬੰਦਿਆਂ 'ਚ ਬੈਠਾ ਮੇਰੀ ਹਰਕਤ ਕੋਈ ਐਸੀ ਹੋਵੇ ਦੁਨੀਆ ਨੂੰ ਪਤਾ ਲੱਗੇ ਤੇ ਮੇਰਾ ਸਮਾਜ ਅੰਦਰ ਨਾਮਣਾ ਖਰਾਬ ਹੋ ਜਾਏ, ਕਦੇ ਨਹੀਂ ਚਾਹੁੰਦਾ।
ਪਰ ਕੀ ਹੁੰਦਾ ਨਹੀਂ। ਬੁਲਾਉਣ ਵਾਲਾ ਪਰਮੇਸ਼ਵਰ ਹੈ। ਜਿੰਨਾ ਚਿਰ ਤੇ ਰੱਬ ਜੀ ਦੀ ਸਵੱਲੀ ਨਜ਼ਰ ਹੈ, ਜ਼ੁਬਾਨ ਤੋਂ ਐਸੇ ਬੋਲ ਨਿਕਲਣਗੇ, ਹਰ ਇੱਕ ਨਿਕਲਿਆ ਬੋਲ ਸਲਾਹਿਆ ਜਾਏਗਾ, ਹਰ ਇੱਕ ਨਿਕਲੇ ਹੋਏ ਬੋਲ ਦੀ ਵਡਿਆਈ ਹੋਏਗੀ। ਚੰਗਿਆਈ ਖੋਲੀ, ਜ਼ੁਬਾਨ ਤੋਂ ਚੰਗੇ ਲਫ਼ਜ਼ ਖੋਲੇ, ਤਬਦੀਲ ਹੋ ਗਈ ਜ਼ੁਬਾਨ। ਹੁਣ ਜ਼ੁਬਾਨ ਤੋਂ ਨਿਕਲਿਆ ਕੱਲਾ ਕੱਲਾ ਲਫ਼ਜ਼ ਵਡਿਆਈ ਨਹੀਂ ਦਵਾ ਰਿਹਾ, ਨਿਕਲਿਆ ਕੱਲਾ ਕੱਲਾ ਬੋਲ ਹੁਣ ਬੇਪੱਤ ਕਰ ਰਿਹਾ। ਜੇ ਉਹ ਵਡਿਆਈ ਬਖਸ਼ਦਾ ਹੈ ਤੇ ਵਡਿਆਈ ਖੋ ਵੀ ਲੈਂਦਾ ਹੈ। ਇਸ ਲਈ ਸਾਹਿਬ ਕਹਿੰਦੇ ਜੋ ਪ੍ਰਭ ਕੀਤੇ ਆਪਣੇ, ਜਿਨ੍ਹਾਂ ਨੂੰ ਰੱਬ ਨੇ ਆਪਣੇ ਬਣਾ ਲਿਆ, ਆਪਣੇ ਬਣਾ ਲਿਆ ਜਿਸ ਨੂੰ, ਉਹ ਫਿਰ ਜੀਵ ਧਨ ਆਖੇ ਜਾਂਦੇ ਹਨ। ਆਪਣ ਲਿਆ ਜੇ ਮਿਲੈ, ਵਿਛੜ ਕਿਉ ਰਵਨ। ਸਾਧੂ ਸੰਗ ਪ੍ਰਾਪਤੇ, ਨਾਨਕ ਰੰਗ ਮਣਨ। ਜੇ ਕਿਤੇ ਇਹ ਪੰਕਤੀ ਅਸੀਂ ਅੱਜ ਦੇ ਪਾਵਨ ਸ਼ਬਦ ਵਿੱਚੋਂ ਪੱਲਿਆਂ ਨਾਲ ਬੰਨ੍ਹ ਕੇ ਲੈ ਜਾਈਏ ਨਾ, ਤੇ ਵਾਕਈ ਸਾਡੇ ਜੀਵਨ ਨੂੰ ਜਿਉਣ ਦਾ ਤਰੀਕਾ ਬਦਲ ਜਾਏਗਾ, ਔਰ ਹੋ ਸਕਦਾ ਹੈ ਕਿ ਜੀਵਨ ਖੁਸ਼ੀਆਂ ਨਾਲ, ਸੁੱਖਾਂ ਨਾਲ ਭਰ ਜਾਏ। ਆਪਣ ਲਿਆ ਜੇ ਮਿਲੈ, ਵਿਛੜ ਕਿਉਂ ਰੋਵਨ। ਜੇ ਆਪਣੀ ਕੋਸ਼ਿਸ਼ ਤੇ ਆਪਣੇ ਯਤਨ ਨਾਲ ਕੁਝ ਲਿਆ ਜਾ ਸਕਦਾ ਹੋਵੇ, ਫਿਰ ਬੰਦਾ ਉਸ ਵਸਤੂ ਤੋਂ ਦੂਰ ਹੋ ਕੇ ਰੋਵੇ ਕਿਉਂ। ਆਪਣੀ ਕੋਸ਼ਿਸ਼, ਆਪਣੇ ਯਤਨ ਨਾਲ ਅਸੀਂ ਕੁਝ ਵੀ ਹਾਸਲ ਕਰ ਸਕਦੇ ਹੋਈਏ, ਤੇ ਫਿਰ ਉਹਦੇ ਤੋਂ ਸਖਣੇ ਹੋ ਕੇ ਅਸੀਂ ਕੁਰਲਾਈਏ ਕਿਉਂ। ਇੱਕ ਬਚਨ ਇੱਥੇ ਮੈਂ ਗੁਰੂ ਤੇਗ ਬਹਾਦਰ ਸਾਹਿਬ ਦਾ ਰੱਖਦਾ ਚੱਲਾਂ। ਜਤਨ ਬਹੁਤ ਸੁਖ ਕੇ ਕੀਏ, ਦੁੱਖ ਕੋ ਕਿਉ ਨਾ ਕੋਏ। ਆਪਣ ਲਿਆ ਜੇ ਮਿਲੈ, ਮੈਂ ਆਪਣੇ ਸੁੱਖਾਂ ਵਾਸਤੇ ਯਤਨ ਕੀਤੇ ਨੇ। ਜੇ ਮੈਨੂੰ ਆਪਣੀ ਮਰਜ਼ੀ ਨਾਲ ਸੁੱਖ ਮਿਲਦੇ ਹੁੰਦੇ, ਮੈਂ ਦੁੱਖਾਂ ਵਿੱਚ ਪੈ ਕੇ ਰੋਂਦਾ ਕਿਉਂ। ਮਤਲਬ ਮੇਰੇ ਯਤਨਾਂ ਨਾਲ ਸੁੱਖ ਮੈਨੂੰ ਨਹੀਂ ਮਿਲਣਾ। ਸੁੱਖ ਮਿਲੇਗਾ ਕਿਵੇਂ। ਕੋਸ਼ਿਸ਼ ਤੇ ਸਾਡੀ ਇਹੀ ਹੈ ਨਾ ਵੀ ਅਸੀਂ ਸੁਖੀ ਹੋਈਏ, ਯਤਨ ਤੇ ਸਾਡਾ ਇਹੀ ਹੈ ਵੀ ਅਸੀਂ ਪ੍ਰਸੰਨਤਾ ਨਾਲ ਭਰ ਜਾਈਏ, ਜੀਵਨ ਐਡਾ ਖੁਸ਼ਹਾਲ ਹੋਵੇ ਵੀ ਜ਼ਿੰਦਗੀ ਦਾ ਕੋਈ ਦੁੱਖ ਸਾਡੇ ਕੋਲ ਨਾ ਹੋਵੇ। ਅਸੀਂ ਸਾਰਾ ਦਿਨ ਭੱਜੇ ਫਿਰਦੇ ਆ, ਕਦੇ ਕਿਸ ਪਾਸੇ, ਕਦੇ। ਯਤਨ ਬਹੁਤ ਸੁਖ ਕੇ ਕੀਏ, ਗੁਰੂ ਅਰਜਨ ਸਾਹਿਬ ਦਾ ਬਚਨ ਨਾਲ ਰੱਖ ਕੇ ਚੱਲਿਓ। ਆਪਣ ਲਿਆ ਜੇ ਮਿਲੇ, ਵਿਛੜ ਕਿਉਂ ਰੋਵਨ। ਦੁੱਖ ਕੋ ਕੀਓ ਨਾ ਕੋਏ। ਦੁੱਖ ਵਾਸਤੇ ਕੋਈ ਯਤਨ ਨਹੀਂ ਕੀਤਾ, ਪਰ ਮਿਲਿਆ ਕੀ। ਜੀਵਨ ਵਿੱਚ ਭੋਗਿਆ ਸੀ ਕੀ ਹੈ। ਉਹਨਾਂ ਸੁੱਖ ਨਹੀਂ ਭੋਗਿਆ ਜਿੰਨਾ ਅਸੀਂ ਕੁਰਲਾਏ ਆ। ਉਨੀ ਸ਼ਾਇਦ ਸਾਡੇ ਚਿਹਰੇ ਉੱਤੇ ਉਹਨਾਂ ਸਮਾਂ ਮੁਸਕਰਾਹਟ ਨਹੀਂ ਆਈ ਜਿੰਨਾ ਸਮਾਂ ਸਾਡੀਆਂ ਅੱਖਾਂ ਚੋਂ ਹੰਝੂ ਕਿਰਦੇ ਰਹੇ। ਕਾਰਨ ਕੀ ਹੈ। ਪਰ ਨਾਲ ਪੰਕਤੀਆਂ ਪੜ੍ਹ ਕੇ ਸਾਰਾ ਸ਼ਬਦ ਨਾਲ ਲੈ ਕੇ ਚੱਲਿਓ। ਜੋ ਪ੍ਰਭ ਕੀਤੇ ਆਪਣੇ, ਸਹੀ ਕਹੀਏ ਧਨ। ਖੁਸ਼ ਵੀ ਉਹੀ ਨੇ ਜੋ ਸੁਖ ਕੋ ਚਾਹੇ, ਸਦਾ ਸ਼ਰਨ ਰਾਮ ਕੀ ਲੈ। ਆਹ ਤਰੀਕਾ ਹੈ। ਅਸੀਂ ਕੋਈ ਯਤਨ ਕਰੀਏ, ਕੋਈ ਕੋਸ਼ਿਸ਼ ਕਰੀਏ, ਸਾਡੀ ਕੋਸ਼ਿਸ਼ ਨੂੰ ਵੀ ਫਲ ਉਦੋਂ ਲੱਗਦਾ ਹੈ ਜਦੋਂ ਸਾਡੀ ਨੀਅਤ ਸਾਫ਼ ਹੋਵੇ। ਸਾਡੇ ਯਤਨਾਂ ਨੂੰ ਵੀ ਫਲ ਉਦੋਂ ਪੈਂਦਾ ਜਦੋਂ ਅਸੀਂ ਹਿਰਦੇ ਕਰਕੇ, ਮਨ ਕਰਕੇ, ਨੀਅਤ ਕਰਕੇ ਭਲਾ ਸੋਚਿਆ। ਇਹ ਨਹੀਂ ਕੋਸ਼ਿਸ਼ ਮੈਂ ਕਰੀ ਜਾਵਾਂ ਵੀ ਲੋਕਾਂ ਦੀਆਂ ਰਾਹਾਂ 'ਚ ਕੰਡੇ ਬੀਜਾਂ ਤੇ ਮੇਰੇ ਰਾਹਾਂ ਦੇ ਵਿੱਚ ਬਹੁਤ ਵਧੀਆ ਵਧੀਆ ਫੁੱਲ ਉੱਗਣ। ਨਹੀਂ, ਬੀਜੇ ਮੈਂ ਲੋਕਾਂ ਦੀਆਂ ਰਾਹਾਂ 'ਚ ਸਨ, ਪਰ ਅਫਸੋਸ ਇਹ ਹੈ ਉਹ ਰਾਹ ਮੇਰੇ ਘਰ ਨੂੰ ਜਾਂਦਾ ਹੈ। ਬੀਜੇ ਤੇ ਮੈਂ ਇਸ ਨੂੰ ਲੋਕਾਂ ਦੇ ਪੈਰਾਂ 'ਚ ਕੰਡੇ ਵੱਜਣ, ਤੇ ਉਹ ਰਾਹ, ਜਿਸ ਰਾਹ ਉੱਤੇ ਮੈਂ ਕੰਡੇ ਬੀਜ ਕੇ ਆਇਆ, ਲੋਕਾਂ ਨੇ ਲੰਘਣਾ। ਕਦੀ ਕਦੀ ਹੋ ਸਕਦਾ ਉਹ ਰਾਹ ਬਦਲ ਜਾਣ, ਉਹਨਾਂ ਦੇ ਪੈਰਾਂ ਵਿੱਚ ਇੱਕ ਵੀ ਨਾ ਵੱਜੇ,
ਤੇ ਜਦੋਂ ਮੈਂ ਆਪਣੇ ਘਰ ਨੂੰ ਰੋਜ਼ ਜਾਵਾਂ ਤੇ ਫਿਰ ਅਕਸਰ ਆਪ ਜੀ ਅੱਗੇ ਅਰਜ਼ ਹੋਈ ਵੀ ਇੱਕ ਰਸਤਾ ਨਾ, ਕਿਉਂਕਿ ਅਕਸਰ ਜਦੋਂ ਆਪਾਂ ਵੇਖਦੇ ਨਾ ਸਮਾਜ ਵਿੱਚ ਸ਼ਾਰਟਕਟ ਰਾਹ ਸੰਸਾਰ ਦੇ ਲੋਕ ਆਪੇ ਹੀ ਬਣਾ ਲੈਂਦੇ ਵੀ ਵਲ ਕੇ ਕਾਹਨੂੰ ਜਾਣਾ, ਇੱਥੋਂ ਰਾਹ ਬਣਦਾ ਬਣਾ ਲਓ, ਉਹ ਬਣਾ ਲੈਂਦੇ। ਇੱਕ ਇਨਸਾਨ ਦੇ ਨਾ ਘਰ ਦੇ ਰਸਤੇ ਵੱਲ ਦੀ ਇਦਾਂ ਹੀ ਲੋਕਾਂ ਨੇ ਰਾਹ ਬਣਾ ਲਿਆ ਵਲ ਕੇ ਜਾਣ ਦੀ ਬਜਾਏ। ਉਹ ਬੰਦਾ ਬੜਾ ਦੁਖੀ, ਇਹ ਤੇ ਰੋਜ਼ ਹੀ ਮੈਨੂੰ ਵੀ ਡਿਸਟਰਬ ਕਰਦੇ, ਵੀ ਕੋਈ ਹੱਲ ਕਰਨਾ ਪੈਣਾ। ਉਹਨੇ ਕੀ ਕੀਤਾ, ਰਾਹਾਂ ਦੇ ਵਿੱਚ ਨਾ ਕਿੱਕਰਾਂ ਦੇ ਬੀਜ ਪਾਤੇ ਵੀ ਇੱਧਰੋਂ ਕੋਈ ਲੰਘੇ ਨਾ। ਉਹਨੇ ਹੁਣ ਕਿੱਕਰ ਬੀਜਿਆ, ਲੋਕਾਂ ਨੂੰ ਪਤਾ ਸੀ ਵੀ ਰਾਹ ਸ਼ਾਰਟਕਟ ਹੈ, ਉਦਾਂ ਵਲ ਕੇ ਜਾਣਾ ਪੈਣਾ। ਉਹ ਕਿੱਕਰ ਪਏ ਉੱਗ ਬੜੇ ਵੱਡੇ ਵੱਡੇ ਹੋ ਗਏ, ਕੰਡੇ ਕਿਰਨ ਲੱਗ ਪਏ, ਟੁੱਟਣ ਲੱਗ ਗਏ। ਉਹ ਲੋਕ ਕਹਿੰਦੇ ਵੀ ਰਾਹ ਬੰਦ ਹੋ ਗਿਆ ਭਾਈ, ਉੱਪਰ ਦੀ ਵਲ ਕੇ ਜਾਇਆ ਕਰਾਂਗੇ। ਹੁਣ ਉਹਦੇ ਘਰ ਦੇ ਲਾਗੇ ਉਹਨੇ ਤੇ ਲੋਕਾਂ ਦਾ ਰਾਹ ਬੰਦ ਕੀਤਾ ਸੀ, ਪਰ ਰੋਜ਼ ਵੱਜਦੇ ਆਪਣੇ ਪੈਰਾਂ 'ਚ ਨੇ। ਲੋਕਾਂ ਨੇ ਤੇ ਰਾਹ ਬਦਲ ਲਿਆ। ਕਿਸੇ ਦੇ ਰਾਹਾਂ ਵਿੱਚ ਬੀਜੇ ਕੰਡੇ ਸਦਾ ਸਾਡੇ ਹੀ ਪੈਰਾਂ ਵਿੱਚ ਵੱਜਣਗੇ। ਇਸ ਲਈ ਭਲਾ ਇਹ ਹੈ ਕਿ ਜੋ ਪਰਮੇਸ਼ਵਰ ਨੂੰ ਭਾਉਂਦਾ ਉਸੇ ਪ੍ਰਕਾਰ ਹੋਈ ਜਾਏ। ਸਾਡੇ ਚਾਹਿਆ ਸਾਨੂੰ ਕੁਝ ਨਹੀਂ ਮਿਲਣਾ, ਬਸ ਹੱਥ ਜੋੜ ਅਸੀਂ ਇਹ ਆਖਦੇ ਰਹੀਏ, ਰੱਬਾ ਉਹ ਬਖਸ਼ਿਸ਼, ਉਹ ਦਾਤ ਝੋਲੀ ਵਿੱਚ ਪਾਈ ਜੋ ਤੈਨੂੰ ਭਾਉਂਦੀ ਹੈ। ਉਦਾਂ ਦੇ ਹਾਲਾਤ ਬਣਾਈ ਜਿੱਦਾਂ ਹਾਲਾਤ ਤੈਨੂੰ ਭਾਉਂਦੇ, ਸਮਾਂ ਉਦਾਂ ਦਾ ਬਣਾਈ ਜਿੱਦਾਂ ਦਾ ਸਮਾਂ ਤੈਨੂੰ ਭਾਉਂਦਾ ਹੈ। ਜੋ ਪਰਮੇਸ਼ਵਰ ਨੂੰ ਭਾਵੇ ਉਸੇ ਤਰ੍ਹਾਂ ਸਾਹਿਬ ਆਖਦੇ, ਆਪਣ ਲੀਆ ਜੇ ਮਿਲੈ ਵਿਛੜ ਕਿਉਂ ਰੋਵਨ, ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਨਨ। ਜਿਨ੍ਹਾਂ ਨੇ ਗੁਰੂ ਦਾ ਸੰਗ ਕੀਤਾ, ਰੱਬੀ ਪਿਆਰੇਮ ਵਿੱਚ ਭਿੱਜ ਗਏ, ਉਹਨਾਂ ਨੇ ਫਿਰ ਰੰਗ ਮਾਣਿਆ, ਉਹ ਸੋਹਣੇ ਜੀਵਨਾਂ ਵਾਲੇ, ਖੁਸ਼ੀਆਂ ਦੇ ਜੀਵਨਾਂ ਵਾਲੇ ਬਣ ਗਏ। ਹਰ ਜੇਠ ਰੰਗੀਲਾ ਤਿਸ ਤਣੀ, ਜਿਸ ਕੈ ਭਾਗ ਮਖਨ। ਫਿਰ ਅਖੀਰੀ ਪੰਕਤੀ ਵਿੱਚ ਜਾ ਕੇ ਆਖਦੇ ਬਾਪੂ ਜੀ, ਕਹਿੰਦੇ ਹਰ ਜੇਠ ਰੰਗੀਲਾ, ਇਹ ਜੇਠ ਦਾ ਮਹੀਨਾ ਰੰਗੀਲਾ ਬਣ ਗਿਆ, ਸੋਹਣਾ ਬਣ ਗਿਆ, ਪ੍ਰੇਮ ਵਾਲਾ ਬਣ ਗਿਆ, ਖੁਸ਼ੀ ਦੇਣ ਵਾਲਾ ਬਣ ਗਿਆ। ਤਿਸ ਧਣੀ ਮਾਲਕ ਪਤੀ ਉਸੇ ਲਈ ਬਣ ਜਾਂਦਾ ਹੈ ਜਿਸ ਕੈ ਭਾਗ ਮਥਨ, ਜਿਸ ਦੇ ਮਸਤਕ ਦੇ ਭਾਗ ਚੰਗੇ ਬਣ ਗਏ ਆਪਣੇ ਕਰਮਾਂ ਸਦਕਾ। ਜਿਨਨੇ ਮਸਤਕ ਦੇ ਭਾਗ ਚੰਗੇ ਬਣਾ ਲਏ, ਇਹ ਮਹੀਨਾ ਉਹਦੇ ਲਈ ਸੋਹਣਾ ਸੁੱਖਾਂ ਵਾਲਾ ਬਣ ਜਾਂਦਾ ਹੈ। ਇਸ ਲਈ ਅਸੀਂ ਕੋਸ਼ਿਸ਼ ਆਪਣੇ ਕਰਮਾਂ ਨੂੰ ਚੰਗੇ ਕਰਨ ਦੀ ਕਰੀਏ, ਵੀ ਜਿਹੜੇ ਕਰਮ ਅਸੀਂ ਕਰਨੇ ਉਹ ਭਲੇ ਹੋਣ, ਤਾਂ ਜੋ ਉਹਨਾਂ ਦੇ ਬਦਲੇ ਵਿੱਚ ਜੋ ਸਾਨੂੰ ਮਿਲੇ ਉਹ ਚੰਗਾ ਮਿਲੇ। ਇਸ ਲਈ ਹਰ ਵਕਤ ਅਕਾਲ ਪੁਰਖ ਪਰਮੇਸ਼ਵਰ ਜੀ ਅੱਗੇ ਅਰਜ਼ੋਈ ਤੇ ਬੇਨਤੀ ਕਰਦੇ ਰਿਹਾ ਕਰੋ, ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ, ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਤਰਸ ਪਿਆ ਮਿਹਰਾਮਤ ਹੋਈ, ਤਰਸ ਪਿਆ ਮਿਹਰਾਮਤ ਹੋਈ। ਸਤਿਗੁਰ ਸੱਜਣ ਮਿਲਿਆ, ਸਤਿਗੁਰ ਸੱਜਣ ਮਿਲਿਆ। ਨਾਨਕ ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਤਨ ਮਨ ਥੀਵੈ ਹਰਿਆ, ਤਨ ਮਨ ਥੀਵੈ ਹਰਿਆ। ਨਾਮ ਮਿਲੈ ਤਾਂ ਜੀਵਾ,
ਨਾਨਕ ਨਾਮ ਮਿਲੈ ਤਾਂ ਜੀਵਾ, ਨਾਮ ਮਿਲੈ ਤਾਂ ਜੀਵਾ, ਨਾਨਕ ਨਾਮ ਮਿਲੈ ਤਾਂ ਜੀਵਾ। ਸਤਿਗੁਰੂ ਪਾਤਸ਼ਾਹ ਰਹਿਮਤ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਉੱਤੇ ਪ੍ਰਵਾਨ ਕਰ ਲੈਣ। ਆਪਣੇ ਦਰੋਂ ਕਰੋ ਗੁਰਸਿੱਖੀ ਜੀਵਨ, ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ। ਇਹ ਮਹੀਨਾ ਸਭਨਾਂ ਦੇ ਲਈ ਖੁਸ਼ੀਆਂ ਭਰਿਆ, ਸੁਭਾਗ ਭਰਿਆ ਹੋਵੇ। ਆਓ ਮਾਲਕ ਪਾਤਸ਼ਾਹ ਜੀ ਦੇ ਪਾਵਨ ਬਚਨ ਆਪਣੇ ਹਿਰਦਿਆਂ ਵਿੱਚ ਵਸਾ ਲਈਏ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਨਨ, ਹਰ ਜੇਠ ਰੰਗੀਲਾ ਤਿਸ ਤਣੀ, ਜਿਸ ਕੈ ਭਾਗ ਮਥਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।